ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ, ਤੁਸੀਂ ਤਸ਼ਰੀਫ ਲੈ ਕੇ ਆਏ, ਤੁਸੀਂ ਟਾਈਮ ਕੱਢਿਆ। ਤੇ ਖਾਸ ਤੌਰ 'ਤੇ ਮੈਂ ਜਿਹੜੇ ਅਸ਼ਹੂਰ ਲਾਇਬ੍ਰੇਰੀ ਨਾਲ ਮੁੰਸਲਿਕ ਲੋਕ ਨੇ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਇੱਥੇ ਆ ਕੇ ਗੱਲ ਕਰ ਸਕਾਂ। ਤੇ ਤੁਹਾਡੇ ਸਾਰਿਆਂ ਕੋਲ ਕਾਗਜ਼ ਆ ਗਏ ਨੇ? ਹਾਂਜੀ, ਪੈਨਸਿਲ ਵੀ ਹੈਗੀ। ਅੱਛਾ, ਤੇ ਇੱਕ ਛੋਟਾ ਜਿਹਾ ਕੰਮ ਮੈਂ ਤੁਹਾਨੂੰ ਕਹਾਂਗਾ, ਤੁਸੀਂ ਬਿਲਕੁਲ ਆਸਾਨ ਹੈ, ਕੋਈ ਇਹਦੇ 'ਚ ਔਖਾ ਨਹੀਂ ਹੈਗਾ। ਤੁਸੀਂ ਸਾਰਿਆਂ ਨੇ ਜਦੋਂ ਤੁਸੀਂ ਸਕੂਲ ਗਏ ਸੀ, ਠੀਕ ਹੈ, ਤੇ ਸਕੂਲ ਦੇ ਵਿੱਚ ਤੁਸੀਂ ਡਰਾ ਕਰਨਾ ਸਿੱਖਿਆ, ਠੀਕ ਹੈ, ਤੇ ਤੁਸੀਂ ਉਸ ਟਾਈਮ ਜਿਹੜਾ ਤੁਸੀਂ ਘਰ ਬਣਾਉਣਾ ਸਿੱਖਿਆ, ਤੁਸੀਂ ਉਹਨੂੰ ਡਰਾ ਕਰ ਸਕਦੇ ਹੋ ਸਾਰੇ, ਅਗਰ ਯਾਦ ਹੋਵੇ ਉਸ ਟਾਈਮ ਜਿਹੜਾ ਤੁਸੀਂ ਜਿਹੜੇ ਉਸਤਾਦ ਨੇ ਜਾਂ ਟੀਚਰ ਨੇ ਤੁਹਾਨੂੰ ਉਹ ਪਹਿਲੀ ਵਾਰੀ ਘਰ ਬਣਾਉਣਾ ਸਿਖਾਇਆ, ਜੋ ਘਰ ਉਲੀਕਣਾ ਸਿਖਾਇਆ, ਉਹ ਤੁਸੀਂ ਉਲੀਕ ਦਿਓ ਸਾਰੇ 2 ਮਿੰਟ ਦੇ ਵਿੱਚ। ਹਾਂਜੀ, ਕਰ ਲਿਆ ਸਾਰਿਆਂ ਨੇ? ਅੱਛਾ, ਬੜੀ ਮਿਹਰਬਾਨੀ। ਇਹਦੇ 'ਤੇ ਅਸੀਂ ਬਾਅਦ 'ਚ ਗੱਲ ਕਰਾਂਗੇ। ਪਹਿਲੇ ਅਸੀਂ ਜਿਹੜਾ ਸਾਡਾ ਸਰਨਾਮਾ ਹੈ ਜਾਂ ਉਨਵਾਨ ਹੈ ਉਹ ਕਾਫੀ ਖੁੱਲ੍ਹਾ ਹੈ, ਯਾਨੀ ਉਹਨੂੰ ਜਿਹੜਾ ਇੰਨੇ ਥੋੜ੍ਹੇ ਵਕਤ ਦੇ ਵਿੱਚ ਮੇਰੇ ਖਿਆਲ ਸਾਰੇ ਪਹਿਲੂਆਂ 'ਤੇ ਗੱਲ ਕਰਨਾ ਥੋੜ੍ਹਾ ਮੁਸ਼ਕਿਲ ਹੈ, ਲੇਕਿਨ ਮੈਂ ਕੋਸ਼ਿਸ਼ ਫਿਰ ਵੀ ਕਰਾਂਗਾ ਕਿ ਜੋ ਵੀ ਯਾਨੀ ਮੈਂ ਜਿਹੜੇ ਪਹਿਲੂ ਉਹਦੇ ਵੇਖ ਸਕਦੇ ਹਾਂ ਉਹਨਾਂ ਨੂੰ। ਅੱਛਾ, ਸਭ ਤੋਂ ਪਹਿਲੇ ਮੈਂ ਗੱਲ ਸ਼ੁਰੂ ਕਰਾਂਗਾ ਕਿ ਅਸੀਂ ਨੌਲੇਜ ਫਾਰਮਸ ਦੇ ਬਾਰੇ ਗੱਲ ਕਰਾਂਗੇ, ਠੀਕ ਹੈ, ਯਾਨੀ ਅਸੀਂ ਗੱਲ ਕਰਾਂਗੇ ਇਨਫੋਰਮੇਸ਼ਨ ਕੀ ਹੁੰਦੀ ਹੈ, ਨੌਲੇਜ ਕੀ ਹੁੰਦਾ ਹੈ, ਠੀਕ ਹੈ, ਇਲਮ ਕੀ ਹੁੰਦਾ ਹੈ, ਐਪਿਸਟਮੋਲੋਜੀ ਕੀ ਹੁੰਦੀ ਹੈ, ਤੇ ਵਿਜ਼ਡਮ ਕੀ ਹੁੰਦਾ ਹੈ। ਅੱਛਾ, ਫਿਰ ਇਸ ਤੋਂ ਬਾਅਦ ਇਹਨੂੰ ਆਹਿਸਤਾ ਅਸੀਂ ਖੋਲਾਂਗੇ। ਅੱਛਾ, ਜਿਹੜਾ ਨੌਲੇਜ ਹੈ ਨਾ, ਉਹਦੀਆਂ ਬਹੁਤ ਸਾਰੀਆਂ ਸ਼ਕਲਾਂ ਨੇ, ਠੀਕ ਹੈ, ਤੇ ਉਹ ਯਾਨੀ ਉਹਦੇ ਵਿੱਚ ਇਨਫੋਰਮੇਸ਼ਨ ਵੀ ਆ ਸਕਦੀ ਹੈ। ਇਨਫੋਰਮੇਸ਼ਨ ਇੱਕ ਤੁਸੀਂ ਕਹਿ ਲਓ ਕਿ ਇੱਕ ਪੀਸ ਹੈ, ਯਾਨੀ ਕੋਈ ਐਸੀ ਮਾਲੂਮਾਤ ਹੈ ਜਿਹੜੀ ਤੁਸੀਂ ਯਾਨੀ ਹਾਸਿਲ ਕਰਦੇ ਹੋ, ਲੇਕਿਨ ਤੁਸੀਂ ਇਲਮੀ ਤੌਰ 'ਤੇ ਉਹਦਾ ਇਸਤੇਮਾਲ ਨਹੀਂ ਕਰਦੇ, ਠੀਕ ਹੈ। ਤੇ ਜਿਹੜਾ ਦੂਸਰੀ ਸਾਈਡ 'ਤੇ ਜਿਹੜਾ ਨੌਲੇਜ ਹੈ ਜਾਂ ਜਿਹੜਾ ਇਲਮ ਹੈ, ਉਹਦੇ 'ਤੇ ਤੁਸੀਂ ਗੌਰ ਖੋਜ ਕਰਦੇ ਹੋ, ਠੀਕ ਹੈ, ਯਾਨੀ ਉਹਨੂੰ ਤੁਸੀਂ ਸਵਾਲ ਵੀ ਕਰਦੇ ਹੋ, ਯਾਨੀ ਉਹਦੇ ਉਸ ਚੀਜ਼ ਦੇ ਬਾਰੇ ਤੁਸੀਂ ਪੁੱਛ ਪ੍ਰਤੀਤ ਵੀ ਕਰਦੇ ਹੋ, ਸੋਚਦੇ ਵੀ ਹੋ। ਤੇ ਤੀਸਰੀ ਜਿਹੜੀ ਚੀਜ਼ ਹੈ ਉਹ ਐਪਿਸਟਮੋਲੋਜੀ ਐਕਚੁਅਲੀ ਫਲਸਫੇ ਦੀ ਇੱਕ ਸ਼ਾਖ ਹੈ, ਜਿਹਦੇ ਵਿੱਚ ਜਾਣਨ ਦੇ ਇਲਮ ਦੇ ਬਾਰੇ 'ਚ ਜਿਹੜੀ ਹੈ ਉਹ ਪੂਰਾ ਜਿਹੜਾ ਪੂਰਾ ਸਰਕਲ ਹੈ ਜਾਣਨ ਦਾ, ਠੀਕ ਹੈ, ਉਹਦੇ 'ਤੇ ਬਹਿਸ ਕੀਤੀ ਜਾਂਦੀ। ਤੇ ਅੱਛਾ, ਚੌਥੀ ਜਿਹੜੀ ਚੀਜ਼ ਹੈ ਉਹਨੂੰ ਵਿਜ਼ਡਮ ਕਹਿੰਦੇ ਨੇ, ਠੀਕ ਹੈ, ਜਿਹਨੂੰ ਦਾਨਿਸ਼ ਅਸੀਂ ਕਹਿ ਸਕਦੇ ਹਾਂ। ਤੇ ਦਾਨਿਸ਼ ਜਿਹੜੀ ਹੈ ਉਹ ਤੁਸੀਂ ਇੰਝ ਸਮਝ ਲਵੋ ਕਿ ਉਹ ਇੱਕ ਕਮਿਊਨਲ ਐਕਟ ਹੁੰਦਾ ਹੈ, ਠੀਕ ਹੈ, ਇੱਕ ਪੂਰੀ ਸੁਸਾਇਟੀ ਦੀ ਇਨਵੋਲਵਮੈਂਟ ਹੁੰਦੀ ਹੈ ਉਹਦੇ ਵਿੱਚ, ਠੀਕ ਹੈ, ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਕੰਟਰੀਬਿਊਸ਼ਨ ਹੁੰਦਾ ਹੈ, ਠੀਕ ਹੈ। ਤੇ ਅੱਛਾ, ਅਗਰ ਅਸੀਂ ਨੌਲੇਜ ਦੀ ਗੱਲ ਕਰੀਏ ਜਾਂ ਅਸੀਂ ਐਪਿਸਟਮੋਲੋਜੀ ਦੀ ਗੱਲ ਕਰੀਏ, ਤੇ ਉਸ ਦੇ ਵਿੱਚ ਇਹ ਵੇ ਕਿ ਉਹ ਇੰਡੀਵਿਜੂਅਲਿਸਟਿਕ ਹੋ ਸਕਦਾ, ਠੀਕ ਹੈ, ਉਹ ਇਨਫਰਾਦੀ ਹੋ ਸਕਦਾ, ਲੇਕਿਨ ਜਿਹੜਾ ਵਿਜ਼ਡਮ ਹੈ ਉਹ ਇਜਤਮਾਈ ਹੁੰਦਾ ਹੈ, ਹਮੇਸ਼ਾ ਇਜਤਮਾਈ ਹੁੰਦਾ ਹੈ। ਉਹ ਕਿਸੇ ਗਰੁੱਪ ਦਾ ਜਾਂ ਕਿਸੇ ਤੁਸੀਂ ਕਹਿ ਲਓ ਕਿ ਇੱਕ ਕਮਿਊਨਿਟੀ ਦੀ ਜਿਹੜੀ ਸੋਚ ਵਿਚਾਰ ਹੁੰਦੀ ਹੈ, ਜਾਂ ਜਿਹੜਾ ਉਹਨਾਂ ਦਾ
ਕਰਨ ਦਾ ਅਮਲ ਹੁੰਦਾ ਹੈ ਜਾਂ ਚੀਜ਼ਾਂ ਨੂੰ ਵੇਖਣ ਦਾ ਅਮਲ ਹੁੰਦਾ ਹੈ, ਉਹਦੇ ਵਿੱਚ ਜਿਹੜਾ ਨਾ ਉਹਨੂੰ ਅਸੀਂ ਦਾਨਿਸ਼ ਬਿਰਦਾਂਦੇ ਹਾਂ। ਅਤੇ ਉਹ ਇੱਕ ਪੂਰਾ ਉਹਦੇ ਵਿੱਚ ਸੁਸਾਇਟੀ ਪੂਰੀ ਇਨਵੋਲਵ ਹੁੰਦੀ ਹੈ। ਉਹਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਨਾ ਉਹ ਦਾਨਿਸ਼ਮੰਦੀ ਕਿਸੇ ਇੱਕ ਫਰਦ ਦੀ ਵਜ੍ਹਾ ਤੋਂ, ਉਹ ਇੱਕ ਪੂਰੀ ਤੁਸੀਂ ਕਹਿ ਲਓ ਕਿ ਇੱਕ ਗਰੁੱਪ ਦੀ ਵਜ੍ਹਾ ਤੋਂ, ਠੀਕ ਹੈ, ਗਰੋਹ ਦੀ ਵਜ੍ਹਾ ਤੋਂ ਉਹ ਦਾਨਿਸ਼ਮੰਦੀ ਦਾ ਅਮਲ ਹੈ। ਅੱਛਾ, ਤੇ ਅੱਛਾ ਤੁਸੀਂ ਮੈਨੂੰ ਦਰਮਿਆਨ 'ਚ ਵੀ ਸਵਾਲ ਕਰ ਸਕਦੇ ਹੋ ਅਗਰ ਕੋਈ ਸ਼ਾਇਦ ਤੁਹਾਨੂੰ ਲੱਗੇ ਕਿ ਇਹਦੇ 'ਤੇ ਅਸੀਂ ਅੱਛਾ ਅੱਛਾ ਜਿਹੜਾ ਜੀ ਜੀ ਅੱਛਾ ਵਿਜ਼ਡਮ ਜਿਹੜਾ ਹੈ ਉਹ ਮੈਂ ਦਾਨਿਸ਼ਮੰਦੀ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਇੱਕ ਕਲੈਕਟਿਵ ਐਫਰਟ ਹੈ, ਠੀਕ ਹੈ, ਇੱਕ ਗਰੋਹੀ ਅਮਲ ਹੈ। ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਸਮਝ ਬੂਝ ਅਕਲ ਜਿਹੜੀ ਨਾ ਉਹ ਕਾਰ ਫਰਮਾ ਹੁੰਦੀ ਹੈ, ਠੀਕ ਹੈ। ਉਹ ਕਿਸੇ ਇੱਕ ਫਰਦ ਦੀ ਐਫਰਟ ਨਹੀਂ ਹੁੰਦੀ, ਰਾਈਟ। ਅਤੇ ਜਿਹੜਾ ਨੌਲੇਜ ਹੁੰਦਾ ਉਹ ਇੱਕ ਫਰਦ ਦੀ ਐਫਰਟ ਹੋ ਸਕਦੀ ਹੈ, ਜਾਂ ਜਿਹੜਾ ਇਲਮ ਜਿਹੜਾ ਹੈ ਉਹ ਇਨਫਰਾਦੀ ਹੋ ਸਕਦਾ ਹੈ, ਠੀਕ ਹੈ। ਐਪਿਸਟਮੋਲੋਜੀ ਕਿਹੜੀ ਹੈ? ਐਪਿਸਟਮੋਲੋਜੀ ਫਲਸਫੇ ਦਾ ਇੱਕ ਤੁਸੀਂ ਕਹਿ ਲਓ ਕਿ ਇੱਕ ਸ਼ਾਖ ਹੈ ਜਿਹੜੀ ਇਹ ਅਲੂਮ ਦੇ ਬਾਰੇ 'ਚ ਬਹਿਸ ਕਰਦੀ ਹੈ, ਠੀਕ ਹੈ। ਉਹਦੇ ਅੰਡਰ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਠੀਕ ਹੈ ਸ਼ਾਹ ਜੀ। ਅੱਛਾ, ਚੌਥੀ ਗੱਲ ਜਿਹੜੀ ਸੀ ਉਹ ਇਨਫੋਰਮੇਸ਼ਨ ਦੀ ਮੈਂ ਕੀਤੀ, ਮਾਲੂਮਾਤ, ਠੀਕ ਹੈ। ਮਾਲੂਮਾਤ ਅਸੀਂ ਜਿਹੜਾ ਹੈ ਉਹ ਫੋਰ ਐਗਜ਼ਾਮਪਲ ਉਹਦੇ 'ਤੇ ਅਸੀਂ ਗੌਰ ਖੋਜ ਨਹੀਂ ਕਰਦੇ, ਉਹ ਸਾਨੂੰ ਲਿਮਿਟਿਡ ਟਾਈਮ ਵਾਸਤੇ ਜਿਹੜਾ ਹੈ ਕਿ ਉਹਨੂੰ ਕਹਿੰਦੇ ਨੇ ਸਾਡੀ ਮਦਦ ਕਰਦੀ ਹੈ। ਫੋਰ ਐਗਜ਼ਾਮਪਲ ਅਗਰ ਤੁਹਾਨੂੰ ਮਾਲੂਮਾਤ ਚਾਹੀਦੀ ਹੈ ਕਿ ਤੁਸੀਂ ਹੁਣੇ ਗੱਲ ਹੋ ਰਹੀ ਸੀ ਕਿਹੜਾ AC ਲੈਣਾ ਚਾਹੀਦਾ, ਠੀਕ ਹੈ, ਤਾਂ ਉਹ ਮਾਲੂਮਾਤ ਦੇ ਅਮਲ ਦੇ ਵਿੱਚ ਆਏਗਾ। ਅੱਛਾ, ਅਤੇ ਇੱਥੋਂ ਦੀ ਜਿਹੜੀ ਰਵਾਇਤ ਹੈ ਨਾ ਉਹ ਅੰਗਰੇਜ਼ ਦੇ ਆਉਣ ਤੋਂ ਪਹਿਲੇ ਦੀ ਮੈਂ ਗੱਲ ਕਰ ਰਿਹਾ, ਉਹ ਦਾਨਿਸ਼ਮੰਦੀ ਦੀ ਰਵਾਇਤ ਸੀ, ਠੀਕ ਹੈ। ਉਹ ਇੱਕ ਤੁਸੀਂ ਕਹਿ ਲਓ ਕਿ ਇਜਤਮਾਈ ਅਮਲ ਸੀ। ਅੰਗਰੇਜ਼ ਦੇ ਆਉਣ ਤੋਂ ਪਹਿਲੇ ਜਿਹੜਾ ਸਾਡਾ ਸੋਚਣ ਦਾ, ਕਰਨ ਦਾ ਜੋ ਵੀ ਸਾਡਾ ਤਰੀਕਾਕਾਰ ਸੀ, ਜਾਂ ਜੋ ਵੀ ਸਾਨੂੰ ਮਸਲੇ ਪੇਸ਼ ਆਉਂਦੇ ਸਨ, ਉਹ ਅਸੀਂ ਕਲੈਕਟਿਵਲੀ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਸੀ, ਠੀਕ ਹੈ। ਇਜਤਮਾਈ ਤੌਰ 'ਤੇ ਅਸੀਂ ਉਹਨਾਂ ਨੂੰ ਜੋ ਵੀ ਮਸਾਇਲ ਹੁੰਦੇ ਸਨ ਉਹਨਾਂ ਨੂੰ ਹੱਲ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਸਾਂ। ਅਤੇ ਲੇਕਿਨ ਅੰਗਰੇਜ਼ ਆਉਣ ਤੋਂ ਪਹਿਲੇ ਦੀ ਇਹ ਮੈਂ ਗੱਲ ਕਰ ਰਿਹਾ। ਲੇਕਿਨ ਜਦੋਂ ਅੰਗਰੇਜ਼ ਆਉਂਦਾ ਹੈ, ਠੀਕ ਹੈ, ਅਤੇ ਉਹ ਅੰਗਰੇਜ਼ ਜਿਹੜਾ ਹੈ ਉਹ ਆਪਣੇ ਨਾਲ ਬਹੁਤ ਸਾਰੀਆਂ ਨਵੀਆਂ ਨੌਲੇਜ ਫਾਰਮਸ ਲੈ ਕੇ ਆਉਂਦਾ, ਠੀਕ ਹੈ। ਅੱਛਾ, ਹੁਣ ਲਾਰਡ ਮੈਕੌਲੇ ਦਾ ਪਤਾ ਹੋਏਗਾ। ਲਾਰਡ ਮੈਕੌਲੇ ਇੱਕ ਬੰਦਾ ਸੀ ਜਿਹਨੇ ਇੱਥੋਂ ਦੀ ਜਿਹੜੀ ਇਲਮੀ ਰਵਾਇਤ ਸੀ ਉਹਦੇ ਬਾਰੇ ਮਿੰਟ ਪੇਸ਼ ਕੀਤੇ ਸਨ, ਠੀਕ ਹੈ। ਲੇਕਿਨ ਉਹਦੇ ਵਿੱਚ ਜਿਹੜਾ ਸੀ ਉਹਦੇ ਵਿੱਚ ਇਹ ਸੀ ਕਿ ਉਹਨੇ ਇਹ ਸ਼ੋਅ ਕਰਵਾਇਆ ਕਿ ਅਸੀਂ ਉਜੜ ਲੋਕ ਹਾਂ, ਅਸੀਂ ਤਾਲੀਮ ਯਾਫਤਾ ਨਹੀਂ ਹੈਗੇ, ਠੀਕ ਹੈ। ਸਾਡਾ ਇਲਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਕਿਉਂਕਿ ਉਹ ਸਮਝਦਾ ਸੀ ਕਿ ਅਸੀਂ ਜਿਹੜਾ ਨਾ ਉਹ ਬਹੁਤ ਪਿੱਛੇ ਹਾਂ, ਠੀਕ ਹੈ। ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਉਹ ਇਹ ਵੇ ਕਿ ਕੰਪੈਰੀਜ਼ਨ ਜਿਹੜਾ ਉਹਨੇ ਸਾਡੇ ਨਾਲ ਕੀਤਾ, ਠੀਕ ਹੈ, ਉਹ ਇੱਕ ਗਲਤ ਅਮਲ ਸੀ। ਅੱਛਾ, ਦੂਸਰਾ ਕੰਪੈਰੀਜ਼ਨ ਉਹਨੇ ਇਹ ਕੀਤਾ ਕਿ ਸਾਡੀ ਜਿਹੜੀ ਇਲਮੀ ਰਵਾਇਤ ਹੈ ਉਹ ਹੈਗੀ ਹੈ ਜ਼ੁਬਾਨੀ। ਸਾਡਾ ਜਿਹੜਾ ਇੱਥੋਂ ਦਾ ਸਿੱਖਣ ਦਾ ਇਲਮ ਹੈ, ਜਾਂ ਅਗਰ ਅਸੀਂ ਤਾਰੀਖੀ ਐਤਬਾਰ ਨਾਲ ਵੇਖੀਏ ਅਤੇ ਅਸੀਂ ਜਿਹੜਾ ਇੱਥੋਂ ਦਾ ਮੈਂ ਪ੍ਰੀ ਪਾਰਟੀਸ਼ਨ ਇੰਡੀਆ ਦੀ ਗੱਲ ਕਰ ਰਿਹਾ, ਉਹ ਸਾਡਾ ਸਿੱਖਣ ਦਾ ਅਮਲ ਜਿਹੜਾ ਸੀ ਉਹ ਜ਼ੁਬਾਨੀ ਸੀ, ਠੀਕ ਹੈ। ਉੱਥੇ ਪ੍ਰਿੰਟਿੰਗ ਪ੍ਰੈਸ ਜਿਹੜਾ ਹੈ, ਉਹ ਪ੍ਰਿੰਟਿੰਗ ਪ੍ਰੈਸ ਕਿਤਾਬਾਂ ਛਪ ਰਹੀਆਂ ਸਨ,
ਤੇ ਉਹਦੇ ਨਾਲ ਇਸ ਦਾ ਕੰਪੈਰੀਜ਼ਨ ਕਰਨਾ ਇੱਕ ਗਲਤ ਕੰਪੈਰੀਜ਼ਨ ਸੀ, ਕਿਉਂਕਿ ਸਾਡਾ ਜਿਹੜਾ ਉਹ ਕੀ ਕਹਿੰਦੇ ਨੇ ਕਿ ਸਾਡੀ ਇਲਮੀ ਰਵਾਇਤ ਜਿਹੜੀ ਸੀ ਉਹ ਸੀਨਾ ਬਸੀਨਾ ਚੱਲਦੀ ਸੀ, ਠੀਕ ਹੈ। ਉਹ ਇੱਥੇ ਅਸੀਂ ਜਿਹੜਾ ਨਾ ਉਹ ਇੱਕ ਨਸਲ ਤੋਂ ਦੂਸਰੀ ਨਸਲ ਅਸੀਂ ਜ਼ੁਬਾਨੀ ਉਹਨੂੰ ਟਰਾਂਸਮਿਸ਼ਨ ਆਫ ਨੌਲੇਜ ਜਿਹੜਾ ਸੀ, ਟਰਾਂਸਮਿਸ਼ਨ ਆਫ ਵਿਜ਼ਡਮ ਜਿਹੜਾ ਸੀ ਉਹ ਜ਼ੁਬਾਨੀ ਸੀ, ਠੀਕ ਹੈ, ਇੱਕ ਨਸਲ ਤੋਂ ਦੂਸਰੀ ਨਸਲ ਤੱਕ। ਲੇਕਿਨ ਅੰਗਰੇਜ਼ ਜਿਹੜਾ ਸੀ, ਕਿਉਂਕਿ ਉਹ ਪ੍ਰਿੰਟਿੰਗ ਪ੍ਰੈਸ ਤੋਂ ਕਿਤਾਬਾਂ ਛਾਪ ਰਿਹਾ ਸੀ, ਤੇ ਉਹਦੇ ਮੁਤਾਬਿਕ ਜਿਹੜਾ ਸੀ ਕਿ ਉਹਨੇ ਇਸ ਸਾਡੀ ਜਿਹੜੀ ਇਲਮੀ ਰਵਾਇਤ ਹੈ ਉਹਦੀ ਇਨਕਾਰੀ ਕੀਤੀ, ਠੀਕ ਹੈ। ਉਹਨੇ ਕਿਹਾ ਕਿ ਇਹ ਇਲਮੀ ਰਵਾਇਤ ਜਿਹੜੀ ਹੈ ਉਹਨੇ ਬਿਲਕੁਲ ਜਿਹੜਾ ਨਾ ਉਹ ਕੋਈ ਭਾਅ ਨਹੀਂ ਦਿੱਤਾ। ਅੱਛਾ, ਤੇ ਅੱਛਾ ਹੁਣ ਦੂਸਰੀ ਗੱਲ ਜਿਹੜੀ ਹੈ, ਅਸੀਂ ਜਿਹੜਾ ਤਾਲੀਮੀ ਨਿਜ਼ਾਮ ਹੈ ਸਾਡਾ, ਉਹ ਤਾਲੀਮੀ ਨਿਜ਼ਾਮ ਜਿਹੜਾ ਹੈ ਉਹ ਕਿਹਦਾ ਦਿੱਤਾ ਹੋਇਆ ਹੈ? ਮੈਂ ਤੁਹਾਡੇ ਕੋਲ ਸਵਾਲ ਕਰ ਰਿਹਾ। ਅਸੀਂ ਜਿਹੜਾ ਤਾਲੀਮੀ ਨਿਜ਼ਾਮ ਹੈ ਇਸ ਟਾਈਮ ਉਹ ਕਿਹਦਾ ਦਿੱਤਾ ਹੋਇਆ ਹੈ? ਉਹ ਗੋਰੇ ਦਾ ਹੀ ਦਿੱਤਾ ਹੋਇਆ, ਠੀਕ ਹੈ, ਉਹ ਗੋਰੇ ਦਾ ਹੀ ਦਿੱਤਾ ਹੋਇਆ। ਅਸੀਂ ਜਿਹੜਾ ਇਸ ਟਾਈਮ ਸਾਡਾ ਤਾਲੀਮੀ ਨਿਜ਼ਾਮ ਹੈ, ਵੰਡ ਤੋਂ ਬਾਅਦ ਦੀ ਮੈਂ ਗੱਲ ਕਰ ਰਿਹਾ, ਠੀਕ ਹੈ, ਵੰਡ ਤੋਂ ਬਾਅਦ ਸਾਡਾ ਜਿਹੜਾ ਤਾਲੀਮੀ ਨਿਜ਼ਾਮ ਹੈ ਉਹ ਜ਼ਿਆਦਾਤਰ ਗੋਰੇ ਦਾ ਦਿੱਤਾ ਹੋਇਆ ਹੀ ਹੈ, ਠੀਕ ਹੈ। ਅੱਛਾ, ਉਹ ਕਿੱਥੋਂ ਸ਼ੁਰੂ ਹੁੰਦਾ? ਉਹ ਸ਼ੁਰੂ ਹੁੰਦਾ ਹੈ ਸਨਅਤੀ ਇਨਕਲਾਬ ਤੋਂ, ਠੀਕ ਹੈ। ਬਰਤਾਨੀਆ ਦੇ ਵਿੱਚ ਜਿਹੜਾ ਸਨਅਤੀ ਇਨਕਲਾਬ ਆਇਆ, ਉਸ ਤੋਂ ਬਾਅਦ ਜਿਹੜਾ ਨਾ ਬੜੀ ਦਿਲਚਸਪ ਗੱਲ ਹੈ ਕਿ ਇਹ ਸਕੂਲਿੰਗ ਸਿਸਟਮ ਉਦੋਂ ਇੰਟਰੋਡਿਊਸ ਹੋਇਆ। ਉਹ ਸਕੂਲਿੰਗ ਸਿਸਟਮ ਕਿਸ ਤਰ੍ਹਾਂ ਇੰਟਰੋਡਿਊਸ ਹੋਇਆ? ਉਹ ਇਸ ਤਰ੍ਹਾਂ ਇੰਟਰੋਡਿਊਸ ਹੋਇਆ ਕਿ ਅਗਰ ਤੁਸੀਂ ਵੇਖੋ, ਅਗਰ ਅਸੀਂ ਇਹਦੇ 'ਤੇ ਥੋੜ੍ਹਾ ਗੌਰ ਕਰਦੇ ਹਾਂ ਤੇ ਸਾਨੂੰ ਬਹੁਤ ਸਾਰੀਆਂ, ਅੱਜ ਵੀ ਸਾਨੂੰ ਉਹ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਮਿਲਣਗੀਆਂ ਜਿਹੜੀਆਂ ਕਿ ਸਨਅਤੀ ਜਿਹੜੀ ਆਪਣਾ ਸਨਅਤ ਨਾਲ ਵਾਬਸਤਾ ਜਿਹੜੀ ਇੰਡਸਟਰੀ ਹੈ ਉਹਦੇ ਨਾਲ ਉਹ ਮੇਲ ਖਾਂਦੀਆਂ ਨੇ। ਸਭ ਤੋਂ ਪਹਿਲੀ ਗੱਲ ਜਿਹੜੀ ਹੈ, ਤੁਸੀਂ ਵੇਖੋ ਇਹਦੇ ਵਿੱਚ ਦੋ ਤਿੰਨ ਚੀਜ਼ਾਂ। ਸਭ ਤੋਂ ਪਹਿਲੀ ਗੱਲ ਇਹ ਵੇ ਕਿ ਸਕੂਲ ਦੇ ਵਿੱਚ ਯੂਨੀਫਾਰਮਿਟੀ ਹੁੰਦੀ ਹੈ, ਇੱਕ ਜੈਸਾ ਸਾਰਿਆਂ ਨੂੰ ਕਿਹਾ ਜਾਂਦਾ ਕਿ ਤੁਸੀਂ ਲਿਬਾਸ ਪਾਓ, ਠੀਕ ਹੈ। ਅਗਰ ਤੁਸੀਂ ਫੈਕਟਰੀ 'ਚ ਜਾਓ, ਉੱਥੇ ਵੀ ਯੂਨੀਫਾਰਮਿਟੀ 'ਤੇ ਹੀ ਜ਼ੋਰ ਦਿੱਤਾ ਜਾਂਦਾ। ਦੂਸਰੀ ਗੱਲ, ਅੱਛਾ, ਟਾਈਮਿੰਗ ਜਿਹੜੀ ਹੁੰਦੀ ਹੈ ਨਾ, ਉਹ ਇੱਕ ਟਾਈਮਡ ਸਕੈਜੂਅਲ ਹੁੰਦਾ ਹੈ। ਤੁਸੀਂ ਇੰਨੇ ਵਜੇ ਸਕੂਲ ਆਉਣਾ ਹੈ, ਇੰਨੇ ਵਜੇ ਤੁਹਾਨੂੰ ਬ੍ਰੇਕ ਹੋਏਗੀ, ਇੰਨੇ ਵਜੇ ਤੁਸੀਂ ਖਾਣਾ ਖਾਣਾ ਹੈ, ਇੰਨੇ ਵਜੇ ਤੁਸੀਂ ਛੁੱਟੀ ਕਰਨੀ ਹੈ। ਇਹ ਦੂਸਰੀ ਚੀਜ਼ ਜਿਹੜੀ ਅਸੀਂ ਫੈਕਟਰੀਆਂ ਦੇ ਵਿੱਚ ਵੇਖਦੇ ਹਾਂ ਕਿ ਉਹ ਵੀ ਸੇਮ ਹੈ, ਠੀਕ ਹੈ। ਤੀਸਰੀ ਚੀਜ਼ ਇਹ ਵੇ ਕਿ ਬੈਲ ਦਾ ਨਿਜ਼ਾਮ ਜਿਹੜਾ, ਠੀਕ ਹੈ, ਬੈਲ ਉਹ ਕੰਟਰੋਲ ਕਰਨ ਦਾ ਇੱਕ ਤਰੀਕਾ ਕਾਰ ਹੈ ਕਿ ਜਿੰਦੇ ਹੱਥ ਦੇ ਵਿੱਚ ਉਹ ਬੈਲ ਹੈ ਉਹੀ ਐਕਚੁਅਲੀ ਕੰਟਰੋਲ ਕਰ ਰਿਹਾ ਹੈ, ਉਹ ਸਕੂਲ ਹੋਵੇ ਜਾਂ ਉਹ ਫੈਕਟਰੀ ਹੋਵੇ, ਠੀਕ ਹੈ। ਅੱਛਾ, ਤੇ ਤੁਸੀਂ ਵੇਖੋ ਕਿ ਇਹ ਕਿੰਨਾ ਯਾਨੀ ਦਿਲਚਸਪ ਚੀਜ਼ ਹੈ ਕਿ ਅਸਲ ਦੇ ਵਿੱਚ ਸਕੂਲ ਉਦੋਂ ਬਣਿਆ। ਅੱਛਾ, ਫਿਰ ਹੁਣ ਤੁਸੀਂ ਵੇਖੋ ਕਿ ਉਦੋਂ ਸਕੂਲ ਬਣਿਆ ਤੇ ਅੱਜ ਤੁਸੀਂ ਵੇਖੋ, ਕਿਆ ਤੁਹਾਨੂੰ ਲੱਗਦਾ ਹੈ ਕਿ ਉਸ ਜਦੋਂ ਸਕੂਲ ਬਣੇ, ਠੀਕ ਹੈ, ਸਕੂਲ ਇਸ ਵਜ੍ਹਾ ਤੋਂ ਬਣੇ ਕਿ ਲੇਬਰ ਪੈਦਾ ਕੀਤੀ ਜਾਵੇ, ਠੀਕ ਹੈ, ਐਸੇ ਲੋਕ ਪੈਦਾ ਕੀਤੇ ਜਾਣ ਜਿਹੜੇ ਕਿ ਫੈਕਟਰੀਆਂ ਦੇ ਵਿੱਚ ਕੰਮ ਕਰ ਸਕਣ, ਠੀਕ ਹੈ, ਉਹਨਾਂ ਨੂੰ ਸਕੂਲਾਂ ਦੇ ਵਿੱਚ ਹੀ ਤਿਆਰ ਕੀਤਾ ਜਾਵੇ, ਉਹਨਾਂ ਦੀ ਜ਼ਿਹਨ ਸਾਜ਼ੀ ਜਿਹੜੀ ਹੈ ਉਹ ਸਕੂਲ ਦੇ ਵਿੱਚ ਹੀ ਕੀਤੀ ਜਾਵੇ, ਤਾਂ ਕਿ ਉਹ ਜਦੋਂ ਉੱਥੇ ਉਹ ਫੈਕਟਰੀ ਦੇ ਵਿੱਚ ਆਉਣ ਤਾਂ ਉਹ ਤਿਆਰ ਹੋ ਚੁੱਕੇ ਹੋਣ, ਉਹ ਸਵਾਲ ਨਹੀਂ ਕਰਨ, ਠੀਕ ਹੈ, ਉਹ ਕਿਸੇ ਵੀ ਹੁਕਮ ਨੂੰ ਰੱਦ ਨਹੀਂ ਕਰਨ, ਠੀਕ ਹੈ। ਅੱਛਾ,
ਤੇ ਦੂਸਰੀ ਜਿਹੜੀ ਗੱਲ ਹੈ, ਮੈਂ ਜਿਹੜਾ ਤੁਹਾਡੇ ਕੋਲ ਸਵਾਲ ਕੀਤਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਜਦੋਂ ਸਨਅਤੀ ਇਨਕਲਾਬ ਤੋਂ ਬਾਅਦ ਅੱਜ ਤੱਕ ਕੀ ਸਕੂਲ ਦਾ ਸਟਰਕਚਰ ਚੇਂਜ ਹੋਇਆ ਜਾਂ ਉਂਝ ਦਾ ਹੀ ਹੈ? ਸੇਮ ਸੇਮ। ਹਾਂਜੀ, ਅੱਛਾ। ਅਗਰ ਤੁਸੀਂ ਅਸੀਂ ਵੇਖਦੇ ਹਾਂ, ਠੀਕ ਹੈ, ਸਕੂਲ ਦਾ ਜਿਹੜਾ ਆਰਕੀਟੈਕਚਰ ਉਹਨੂੰ ਅਗਰ ਅਸੀਂ ਵੇਖਦੇ ਹਾਂ, ਠੀਕ ਹੈ, ਸਕੂਲ ਦੇ ਵਿੱਚ ਕਲਾਸਰੂਮ ਜਿਹੜੀ ਹੈ ਉਹਦੇ ਵਿੱਚ ਇੱਕ ਹੀ ਅਥਾਰਟੀ ਫਿਗਰ ਹੋਏਗਾ। ਉਹ ਕੌਣ ਹੋਏਗਾ? ਉਹ ਟੀਚਰ ਹੋਏਗਾ, ਠੀਕ ਹੈ। ਉਹ ਹਮੇਸ਼ਾ ਸਟੂਡੈਂਟਸ ਤੋਂ ਥੋੜ੍ਹਾ ਉੱਚਾ ਹੋਵੇਗਾ, ਠੀਕ ਹੈ। ਸਟੂਡੈਂਟਸ ਉਹਦੇ ਸਾਹਮਣੇ ਹੋਣਗੇ ਤੇ ਉੱਥੇ ਦੇਖ ਲਓ, ਉੱਥੇ ਉਹ ਅਥਾਰਟੀ ਫਿਗਰ ਹੈ, ਯਾਨੀ ਜੋ ਉਹ ਕਹੇਗਾ ਉਹੀ ਅਸਲ ਦੇ ਵਿੱਚ ਬੱਚਿਆਂ ਨੇ ਉਹ ਗੱਲ ਮੰਨੀ। ਅਗਰ ਅਸੀਂ ਫੈਕਟਰੀ 'ਚ ਲੈ ਜਾਈਏ, ਉੱਥੇ ਸੁਪਰਵਾਈਜ਼ਰ ਜਾਂ ਤੁਹਾਡਾ ਕੋਈ ਹੋਰ ਹੋਏਗਾ ਜਿਹੜਾ ਕਿ ਤੁਹਾਨੂੰ ਜੋ ਵੀ ਜਿਸ ਤਰ੍ਹਾਂ ਵੀ ਲੈ ਕੇ ਚੱਲ ਰਿਹਾ। ਅੱਛਾ, ਹੁਣ ਇਹਦਾ ਮੈਂ ਥੋੜ੍ਹਾ ਜਿਹਾ ਕੰਪੈਰੀਜ਼ਨ ਕਰਾਂਗਾ ਆਪਣੇ ਪੁਰਾਣੇ ਤਾਲੀਮੀ ਨਿਜ਼ਾਮ ਦੇ ਨਾਲ। ਪੁਰਾਣੇ ਤਾਲੀਮੀ ਨਿਜ਼ਾਮ ਦੇ ਵਿੱਚ ਅਗਰ ਅਸੀਂ ਵੇਖਦੇ ਹਾਂ, ਠੀਕ ਹੈ, ਜਿਹੜਾ ਸੀ ਸਰਕਲ ਦੇ ਵਿੱਚ ਬਹਿ ਕੇ ਗੱਲਬਾਤ ਕੀਤੀ ਜਾਂਦੀ ਸੀ, ਠੀਕ ਹੈ। ਉਹਦੇ ਵਿੱਚ ਸਰਕਲ ਦੇ ਵਿੱਚ ਬਹਿ ਕੇ ਗੱਲਬਾਤ ਕੀਤੀ ਜਾਂਦੀ ਸੀ ਤੇ ਉਹਦੇ ਵਿੱਚ ਇਹ ਨਹੀਂ ਸੀ ਕਿ ਜਿਹੜਾ ਹੈ ਕਿ ਉਸਤਾਦ ਵੀ ਬੱਚਿਆਂ ਦੇ ਬਰਾਬਰ ਬਹਿ ਕੇ ਗੱਲ ਕਰਦਾ ਸੀ, ਠੀਕ ਹੈ, ਇੱਕ ਦਾਇਰੇ ਦੀ ਸ਼ਕਲ ਦੇ ਵਿੱਚ। ਅਗਰ ਅਸੀਂ ਪੁਰਾਣੀ ਆਪਣੀ ਇੱਥੋਂ ਦੀ ਰਵਾਇਤ ਦੀ ਗੱਲ ਕਰਦੇ ਹਾਂ। ਅੱਛਾ, ਦੂਸਰਾ ਜਿਹੜਾ ਹੈ ਉਹ ਇੱਥੋਂ ਦਾ ਜਿਹੜਾ ਤਰੀਕਾ ਤਦਰੀਸ ਸੀ ਨਾ, ਉਹ ਤੁਹਾਡੇ ਖਿਆਲ 'ਚ ਕੀ ਸੀ? ਤੁਹਾਡੇ ਖਿਆਲ 'ਚ ਉਹ ਕਿਹੜਾ ਤਰੀਕਾਕਾਰ ਸੀ ਜਿਹਦੇ ਜ਼ਰੀਏ ਜਿਹੜਾ ਨਾ ਉਹ ਜਿਹੜੇ ਬੱਚੇ ਨੇ ਉਹਨਾਂ ਨੂੰ ਪੜ੍ਹਾਇਆ ਜਾਂਦਾ ਸੀ? ਕਿਉਂਕਿ ਸਕੂਲਿੰਗ ਸਿਸਟਮ ਤੇ ਐਜ਼ ਸੱਚ ਨਹੀਂ ਸੀ ਹੈਗਾ। ਹਾਂਜੀ ਜੀ, ਬਿਲਕੁਲ। ਉਹਦੇ ਪਿੱਛੇ ਇੱਕ ਬਹੁਤ ਵੱਡੀ ਜਿਹੜੀ ਚੀਜ਼ ਹੈ ਉਹ ਸਾਡੀ ਇਲਮੀ ਰਵਾਇਤ ਹੈ। ਉਹ ਇਲਮੀ ਰਵਾਇਤ ਕੀ ਹੈ? ਉਹ ਸੀਨਾ ਬਸੀਨਾ ਜਿਹੜੀ ਕਥਕਾਰੀ ਦਾ ਨਿਜ਼ਾਮ ਹੈ ਜਾਂ ਕਹਾਣੀ ਸੁਣਾਉਣ ਦਾ ਜਿਹੜਾ ਤਰੀਕਾਕਾਰ ਹੈ, ਉਹਦੇ ਨਾਲ ਇਸ ਦਾ ਅਮਲ ਦਖਲ ਹੈ ਕਿ ਉਹ ਜਿਹੜਾ ਸੀ ਉਹਦੇ ਵਿੱਚ ਆਪਣਾ ਜਦੋਂ ਕੋਈ ਵੀ ਕਹਾਣੀ ਸੁਣਾਉਂਦਾ ਸੀ, ਠੀਕ ਹੈ, ਤੇ ਉਹ ਕਹਾਣੀ ਜਿਹੜੀ ਹੈ ਉਹ ਸਾਡੇ ਤਾਲੀਮ ਦਾ ਇੱਕ ਜ਼ਰੀਆ ਸੀ, ਠੀਕ ਹੈ, ਬੱਚਿਆਂ ਨੂੰ ਸਿਖਾਉਣ ਦਾ ਇੱਕ ਅਮਲ ਸੀ। ਅੱਛਾ, ਇੱਥੋਂ ਤੱਕ ਕੋਈ ਸਵਾਲ ਹੋਵੇ? ਅੱਛਾ, ਠੀਕ ਹੈ, ਠੀਕ ਹੈ। ਦੂਸਰੀ ਗੱਲ ਇਹ ਵੇਖੋ ਕਿ ਜਦੋਂ ਅੰਗਰੇਜ਼ ਆਇਆ ਨਾ, ਉਹਨੇ ਸਾਡੀ ਜਿਹੜਾ ਤਾਲੀਮ ਦਾ ਨਿਜ਼ਾਮ ਹੈ ਉਹਨੂੰ ਕੰਪਾਰਟਮੈਂਟਲਾਈਜ਼ ਕਰ ਦਿੱਤਾ। ਕੰਪਾਰਟਮੈਂਟਲਾਈਜ਼ ਸਮਝਦੇ ਹੋ? ਉਹਦੇ ਵੱਖਰੇ ਵੱਖਰੇ ਡਿਸਿਪਲਿਨ ਬਣਾ ਦਿੱਤੇ, ਠੀਕ ਹੈ, ਉਹਨੂੰ ਵੱਖਰਾ ਵੱਖਰਾ ਕਰ ਦਿੱਤਾ। ਹਾਲਾਂਕਿ ਪਹਿਲੇ ਇਸ ਤਰ੍ਹਾਂ ਨਹੀਂ ਸੀ। ਅਸੀਂ ਜਿਹੜਾ ਸਾਡਾ ਵਿਜ਼ਡਮ ਦਾ ਤਰੀਕਾਕਾਰ ਸੀ ਉਹਦੇ ਵਿੱਚ ਇਸ ਤਰ੍ਹਾਂ ਨਹੀਂ ਸੀ ਕਿ ਹੁਣ ਅਸੀਂ ਰਿਆਜ਼ੀ ਪੜ੍ਹਨ ਲੱਗੇ ਹਾਂ, ਹੁਣ ਅਸੀਂ ਸਾਇੰਸ ਪੜ੍ਹਨ ਲੱਗੇ ਹਾਂ, ਜਾਂ ਹੁਣ ਅਸੀਂ ਜਿਹੜਾ ਉਰਦੂ ਪੜ੍ਹਨ ਲੱਗੇ ਹਾਂ। ਉਹਨੇ ਕੀ ਕੀਤਾ? ਉਹਨੇ ਵੱਖਰਿਆਂ ਕਰ ਦਿੱਤਾ, ਠੀਕ ਹੈ। ਇਹ ਇੱਕ ਸਾਦਾ ਅਮਲ ਨਹੀਂ ਹੈ, ਬਿਲਕੁਲ ਵੀ ਇੱਕ ਸਾਦਾ ਅਮਲ ਨਹੀਂ ਹੈ, ਠੀਕ ਹੈ। ਇਹਦੇ ਪਿੱਛੇ ਵੇਖੋ ਅਗਰ ਤੇ ਉਹ ਬੜੀ ਗਹਿਰੀ ਪਲੈਨਿੰਗ ਹੈ ਹਰ ਸ਼ੈ ਨੂੰ ਵੱਖ ਕਰਨ ਦੀ, ਠੀਕ ਹੈ। ਉਹ ਇਹ ਸਿਰਫ ਇਹ ਨਹੀਂ ਹੈ ਕਿ ਸਿਰਫ ਜਿਹੜਾ ਹੈ ਉਹ ਨੌਲੇਜ ਫਾਰਮ ਨੂੰ ਹੀ ਕੰਪਾਰਟਮੈਂਟਲਾਈਜ਼ ਕੀਤਾ ਗਿਆ, ਬਲਕਿ ਜਿਹੜਾ ਹੈ ਉਹ ਅਨਕੌਂਸ਼ੀਅਸਲੀ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਨ ਉਹ ਇਸ
ਤਾਲੀਮੀ ਨਿਜ਼ਾਮ ਦੇ ਰਾਹੀਂ ਸਾਡੇ ਦਿਮਾਗ ਦੇ ਵਿੱਚ ਜਿਹੜੀਆਂ ਨਾ ਉਹ ਇਸ ਤਰ੍ਹਾਂ ਕੀਤੀਆਂ ਜਾ ਰਹੀਆਂ ਸਨ। ਅੱਛਾ, ਕੁਝ ਲੋਕ ਸਨ ਜਿਨ੍ਹਾਂ ਨੇ ਇਹਨੂੰ ਕੁਐਸਚਨ ਕੀਤਾ, ਠੀਕ ਹੈ, ਇਹਨੂੰ ਕੁਐਸਚਨ ਕੀਤਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਕਿ ਜਿਹੜਾ ਪੁਰਾਣਾ ਹੈ ਸਾਡਾ ਤਰੀਕਾ ਹੈ ਕਾਰ ਹੈ ਤਾਲੀਮ ਦਾ, ਉਹਦੇ 'ਤੇ ਲਿੱਤਾ ਜਾਏ। ਅੱਛਾ, ਇੰਡੀਆ ਦੇ ਵਿੱਚ ਇਹ ਬਹੁਤ ਬਿਹਤਰ ਤਰੀਕੇ ਨਾਲ ਲੋਕਾਂ ਨੇ, ਵੰਡ ਤੋਂ ਬਾਅਦ ਦੀ ਮੈਂ ਗੱਲ ਕਰ ਰਿਹਾ, ਬਹੁਤ ਬਿਹਤਰ ਤਰੀਕੇ ਨਾਲ ਉਹਨਾਂ ਨੇ ਕੀਤਾ। ਉਹਦੇ ਵਿੱਚ ਇੱਕ ਬਹੁਤ ਵੱਡਾ ਨਾਮ ਨੇ ਜਿਹੜੇ ਆਪਣਾ ਬੰਗਾਲੀ ਸ਼ਾਇਰ ਰਵਿੰਦਰਨਾਥ ਟੈਗੋਰ। ਅੱਛਾ, ਉਹਨਾਂ ਨੇ ਇੱਕ ਇਦਾਰਾ ਸ਼ੁਰੂ ਕੀਤਾ ਕਾਲਾ ਭਾਵਨਾ ਦੇ ਨਾਂ ਤੋਂ, ਜਿਹਨੂੰ ਸ਼ਾਂਤੀ ਨਿਕੇਤਨ ਬਾਅਦ ਦੇ ਵਿੱਚ ਕਿਹਾ ਗਿਆ। ਅੱਛਾ, ਉੱਥੇ ਜਿਹੜਾ ਸੀ ਉਹ ਸਾਡੇ ਜਿਹੜਾ ਪ੍ਰੀ ਕਲੋਨੀਅਲ ਟਾਈਮ ਦੇ ਜਿਹੜੇ ਸਾਡੇ ਮੈਥਡ ਸਨ, ਤਰੀਕਾ ਤਾਲੀਮ ਸੀ, ਉਹ ਵਾਲੇ ਤਰੀਕਾ ਤਾਲੀਮ ਨਾਲ ਉੱਥੇ ਤਾਲੀਮ ਦਿੱਤੀ ਜਾ ਰਹੀ ਸੀ। ਅੱਛਾ, ਲੇਕਿਨ ਜਿਹੜੀ ਦੁੱਖ ਵਾਲੀ ਗੱਲ ਹੈ ਕਿ ਉਹ ਉਦੋਂ ਤੱਕ ਹੀ ਚੱਲ ਸਕਿਆ ਜਦੋਂ ਤੱਕ ਟੈਗੋਰ ਸਾਹਿਬ ਜ਼ਿੰਦਾ ਰਹੇ, ਠੀਕ ਹੈ। ਉਸ ਤੋਂ ਆਈ ਥਿੰਕ ਕੋਈ 10 ਸਾਲ ਤੱਕ ਉਹ ਚੱਲ ਸਕਿਆ, ਕਿਉਂਕਿ ਟੈਗੋਰ ਸਾਹਿਬ ਆਪਣੇ ਕੋਲੋਂ ਪੈਸਾ ਲਾ ਰਹੇ ਸਨ, ਉਹ ਕਿਸੇ ਕੋਲੋਂ ਫੰਡ ਨਹੀਂ ਸਨ ਲੈਂਦੇ। ਲੇਕਿਨ ਉਹ ਬਾਅਦ ਦੇ ਵਿੱਚ ਕੀ ਹੈ ਕਿ ਉਹ ਸਟੇਟ ਗਵਰਨਮੈਂਟ ਨੇ ਉਹਨੂੰ ਲੈ ਲਿਆ ਅਤੇ ਉਹਨੂੰ ਉਸੇ ਤਰ੍ਹਾਂ ਹੀ ਬਣਾ ਦਿੱਤਾ ਬਾਕੀ ਜਿਸ ਤਰ੍ਹਾਂ ਦੇ ਦੂਸਰੇ ਜਿਹੜੇ ਇੰਸਟੀਟਿਊਟਸ ਹਨ ਉਹਨੂੰ ਵੀ ਉਸੇ ਤਰ੍ਹਾਂ ਕਰ ਦਿੱਤਾ। ਇੰਡੀਆ ਦੇ ਵਿੱਚ ਹੋਰ ਵੀ ਕੁਝ ਲੋਕਾਂ ਨੇ, ਖਾਸ ਤੌਰ 'ਤੇ ਜਿਹੜੇ ਲੋਕ ਆਰਟ ਨਾਲ ਵਾਬਸਤਾ ਸਨ, ਉਹਨਾਂ ਨੇ ਬੜੇ ਗਹਿਰੇ ਤਰੀਕੇ ਨਾਲ ਇਸ ਚੀਜ਼ ਨੂੰ ਜਿਹੜਾ ਨਾ ਮਹਿਸੂਸ ਕੀਤਾ ਅਤੇ ਉਹਨਾਂ ਨੇ ਇਸ ਚੀਜ਼ ਨੂੰ ਸਵਾਲ ਕੀਤਾ। ਅਤੇ ਇਸ ਚੀਜ਼ ਨੂੰ ਸਵਾਲ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਇਸ ਚੀਜ਼ ਨੂੰ ਚੈਲੰਜ ਵੀ ਕੀਤਾ। ਉਹਨਾਂ ਨੇ ਬਹੁਤ ਸਾਰੀ ਐਸੀਆਂ ਜਗ੍ਹਾ ਬਣਾਈਆਂ ਜਿੱਥੇ ਕਿ ਇਹ ਵਾਲੇ ਸਾਰੇ ਆਪਣੇ ਜਿਹੜੇ ਸਨ ਪੁਰਾਣੇ ਤਰੀਕਾ ਤਾਲੀਮ ਜਿਹੜਾ ਸਨ ਉੱਥੇ ਉਹਦੇ ਰਾਹੀਂ ਪੜ੍ਹਾਇਆ ਜਾਂਦਾ ਸੀ। ਉਹਦੇ ਵਿੱਚ ਇੱਕ ਬੇਅਰਫੁੱਟ ਕਾਲਜ ਹੈਗਾ, ਇਹ ਕੁਝ ਆਰਟਿਸਟ ਸਨ ਜਿਨ੍ਹਾਂ ਨੇ ਮਿਲ ਕੇ ਉਹਨੂੰ ਬਣਾਇਆ ਸੀ। ਅੱਛਾ, ਦੂਸਰੀ ਜਿਹੜੀ ਬੜੀ ਇੱਕ ਜਿਹੜੀ ਅਹਿਮ ਗੱਲ ਹੈ, ਉਹ ਅਹਿਮ ਗੱਲ ਇਹ ਵੇ ਕਿ ਜਿਹੜਾ ਅੰਗਰੇਜ਼ ਐਪਿਸਟੀਮ ਆਪਣੀ ਲੈ ਕੇ ਆਇਆ ਨਾ, ਠੀਕ ਹੈ, ਉਹ ਐਪਿਸਟੀਮ ਕੀ ਸੀ, ਉਹ ਇੰਡੀਵਿਜੂਅਲਿਜ਼ਮ ਵੱਲ ਲੈ ਕੇ ਜਾਂਦੀ ਸੀ, ਇਨਫਰਾਦੀਅਤ ਵੱਲ, ਠੀਕ ਹੈ। ਫਿਰ ਲੇਕਿਨ ਕਿਉਂਕਿ ਇੱਥੇ ਜਿਹੜਾ ਆਲਰੇਡੀ ਸਾਡਾ ਤਰੀਕਾ ਜਿਹੜਾ ਸੀ ਉਹ ਇੱਕ ਇਜਤਮਾਈ ਸੀ, ਲੇਕਿਨ ਉਹ ਕੀ ਲੈ ਕੇ ਆਇਆ, ਉਹਨੇ ਉਸ ਕਲੈਕਟਿਵ ਮੋਡ ਨੂੰ ਤੋੜਨ ਵਾਸਤੇ ਇੰਡੀਵਿਜੂਅਲਿਸਟਿਕ ਮੋਡ ਆਫ ਲਰਨਿੰਗ ਜਿਹੜਾ ਨਾ ਉਹ ਉਹਨੇ ਮੁਤਾਰਫ ਕਰਾਇਆ। ਅੱਛਾ, ਉਹਦੇ ਨਾਲ ਕੀ ਹੋਇਆ? ਉਹਦੇ ਨਾਲ ਇਹ ਹੋਇਆ ਕਿ ਸਾਡਾ ਤਾਲੀਮ ਨੂੰ ਵੇਖਣ ਦਾ ਜਿਹੜਾ ਨਾ ਉਹ ਬਦਲ ਗਿਆ। ਅਸੀਂ ਤਾਲੀਮ ਨੂੰ ਉਸ ਤਰ੍ਹਾਂ ਨਹੀਂ ਵੇਖਿਆ ਜਿਸ ਤਰ੍ਹਾਂ ਅਸੀਂ ਉਹਨੂੰ ਪਹਿਲੇ ਵੇਖਦੇ ਆ ਰਹੇ ਸਾਂ। ਉਹਦੇ ਵਿੱਚ ਕੀ ਹੋਇਆ ਕਿ ਇੱਕ ਸਭ ਤੋਂ ਜ਼ਿਆਦਾ ਨੁਕਸਾਨਦੇਹ ਜਿਹੜੀ ਚੀਜ਼ ਹੋਈ, ਉਹ ਜਿਹੜੀ ਅੱਜ ਵੀ ਮੌਜੂਦ ਹੈ, ਉਹ ਇਹ ਕਿ ਅਸੀਂ ਇੰਡੀਵਿਜੂਅਲਿਸਟਿਕ ਯੂਟੋਪੀਅਨ ਸਕਸੈਸ ਵੱਲ ਚੱਲ ਪਏ, ਠੀਕ ਹੈ। ਇਸ ਜਿਹੜੀ ਸਾਡਾ ਆਪਣਾ ਕਾਮਯਾਬੀ ਦਾ ਜਿਹੜਾ ਤਸੱਵੁਰ ਹੀ ਬਦਲ ਗਿਆ, ਉਹ ਟੋਟਲੀ ਇੰਡੀਵਿਜੂਅਲਿਸਟਿਕ ਹੋ ਗਿਆ। ਉਹ ਸਾਡੇ ਤਾਲੀਮੀ ਨਿਜ਼ਾਮ ਦੇ ਵਿੱਚ ਅੱਜ ਵੀ ਮੌਜੂਦ ਹੈ ਕਿ ਅਸੀਂ ਸਿਰਫ ਜਿਹੜਾ ਨਾ ਉਹ ਵੇਖਦੇ ਹਾਂ ਕਿ ਅੱਛਾ ਮੈਂ ਇਹ ਜੋ ਪੜ੍ਹ ਰਿਹਾ ਉਹ ਮੈਂ ਕਿਉਂ ਪੜ੍ਹ ਰਿਹਾ, ਲੇਕਿਨ ਉਹਦੇ ਵਿੱਚ ਪਿੱਛੇ ਇੱਕ ਹੋਰ ਚੀਜ਼ ਵੇਖੋ ਨਾ, ਅਸੀਂ ਇਹਨੂੰ ਪ੍ਰੋਫਿਟ ਲਾਸ ਵੱਲ ਵੀ ਲੈ ਗਏ। ਤਾਲੀਮ ਨੂੰ ਅਸੀਂ ਪ੍ਰੋਫਿਟ ਲਾਸ ਵੱਲ ਲੈ ਗਏ। ਪ੍ਰੋਫਿਟ ਲਾਸ ਦੀ ਵਜ੍ਹਾ ਤੋਂ ਇਹ ਹੋਇਆ ਕਿ ਅਸੀਂ ਇਸ ਨੂੰ ਸਿਰਫ ਪੈਸਾ ਕਮਾਉਣ ਵਾਸਤੇ
ਜਾਂ ਇਸ ਨੂੰ ਰੋਜ਼ਗਾਰ ਹਾਸਿਲ ਕਰਨ ਵਾਸਤੇ ਇਹਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਠੀਕ ਹੈ, ਉਹਨੂੰ ਬਿਲਕੁਲ ਹੀ ਜਿਹੜਾ ਕਿ ਤੁਸੀਂ ਕਹਿ ਲਓ ਕਿ ਅਸਲ ਦੇ ਵਿੱਚ ਜਿਹੜਾ ਤਾਲੀਮ ਦਾ ਤੱਤ ਸੱਤ ਹੈ ਉਹਨੂੰ ਅਸੀਂ ਭੁੱਲ ਗਏ। ਹਾਂਜੀ, ਉਹਨੂੰ ਜਿਹੜਾ ਨਾ ਅਸੀਂ ਇਸ ਤਰ੍ਹਾਂ ਅੱਛਾ, ਜਦੋਂ ਅੰਗਰੇਜ਼ ਆਇਆ ਤਾਂ ਉਹਨੇ ਸਾਡਾ ਐਪਿਸਟੈਮਿਕ ਮਾਡਲ ਬਦਲ ਦਿੱਤਾ। ਉਹਦੇ ਵਿੱਚ ਇੱਕ ਬਹੁਤ ਸਾਰੀ ਜ਼ਿਆਦਾ ਚੀਜ਼ ਹੈ ਜਿਹੜੀ ਹੁਣੇ ਮੈਂ ਗੱਲ ਕੀਤੀ ਕਿ ਸਾਡਾ ਸਿੱਖਣ ਦੇ ਅਮਲ ਦੇ ਨਾਲ ਜਿਹੜਾ ਮੇਲ ਜੋਲ ਹੈ ਉਹ ਬਦਲਿਆ ਗਿਆ। ਉਹਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਚੀਜ਼ ਹੋਈ ਉਹ ਇਹ ਹੋਈ ਕਿ ਸਾਡਾ ਦੂਜੀਆਂ ਜਿਹੜੀਆਂ ਮਖਲੂਕਾਤ ਸਨ ਜਾਂ ਚੀਜ਼ਾਂ ਸਨ ਉਹਦੇ ਨਾਲ ਸਾਡਾ ਰਿਲੇਸ਼ਨਸ਼ਿਪ ਬਦਲ ਗਿਆ। ਰਿਲੇਸ਼ਨਸ਼ਿਪ ਕਿਵੇਂ ਬਦਲ ਗਿਆ? ਉਹਨੂੰ ਅਸੀਂ ਸਿਰਫ ਇਸ ਤਰ੍ਹਾਂ ਵੇਖਣਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਇਸ ਤੋਂ ਕੀ ਫਾਇਦਾ ਹੋ ਸਕਦਾ ਹੈ। ਠੀਕ ਹੈ, ਤੁਸੀਂ ਵੇਖ ਲਵੋ ਅੱਜ ਜੋ ਅਸੀਂ ਜੋ ਵੀ ਜਿਹੜੇ ਵੀ ਚੈਲੰਜਸ ਸਾਨੂੰ ਅਗਰ ਮਾਹੌਲਿਆਤੀ ਅਸੀਂ ਵੇਖ ਰਹੇ ਹਾਂ ਉਹਦੇ ਪਿੱਛੇ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਕਿ ਅਸੀਂ ਇਹ ਸਮਝਿਆ ਕਿ ਅਸੀਂ ਸਭ ਤੋਂ ਇੰਟੈਲੀਜੈਂਟ ਮਖਲੂਕ ਹਾਂ ਅਤੇ ਸਾਡਾ ਇਹ ਹੱਕ ਹੈ ਕਿ ਅਸੀਂ ਜਿਹੜੇ ਬਾਕੀ ਤਮਾਮ ਜਿਹੜੀਆਂ ਮਖਲੂਕਾਤ ਨੇ ਜਾਂ ਬਾਕੀ ਜਿਹੜੇ ਹੋਰ ਹੈਵਾਨਾਤੋ ਨਬਾਤਾਤ ਨੇ ਉਹਨਾਂ ਨੂੰ ਅਸੀਂ ਆਪਣੇ ਫਾਇਦੇ ਵਾਸਤੇ ਕਿਵੇਂ ਇਸਤੇਮਾਲ ਕਰ ਸਕਦੇ ਹਾਂ। ਅੱਛਾ, ਅੰਗਰੇਜ਼ ਦੇ ਆਉਣ ਤੋਂ ਪਹਿਲੇ ਇਸ ਤਰ੍ਹਾਂ ਨਹੀਂ ਸੀ। ਅਸੀਂ ਕੋਹੈਬਿਟੇਟ ਕਰਦੇ ਸਾਂ। ਠੀਕ ਹੈ, ਅਸੀਂ ਜਿਹੜੇ ਸਾਡੇ ਰੁੱਖ ਸਨ ਉਹਨਾਂ ਨੂੰ ਵੀ ਅਸੀਂ ਆਪਣੇ ਪੁੱਤਾਂ ਵਾਂਗੂ ਹੀ ਉਹਨਾਂ ਨਾਲ ਅਸੀਂ ਜਿਹੜਾ ਸਾਡਾ ਉਹਨਾਂ ਨਾਲ ਸੰਬੰਧ ਜਿਹੜਾ ਸੀ ਉਹਨਾਂ ਨਾਲ ਤਾਲੁਕ ਸੀ। ਅਤੇ ਜਿਹੜੇ ਜਾਨਵਰ ਸਨ ਉਹਨਾਂ ਨਾਲ ਵੀ ਸਾਡਾ ਆਪਣੇ ਆਲਾ ਜਿਹੜਾ ਮੇਲ ਵਰਤਨ ਸੀ। ਵੇਖੋ, ਅੰਗਰੇਜ਼ ਦੇ ਆਉਣ ਤੋਂ ਬਾਅਦ ਇਹ ਬਿਲਕੁਲ ਬਦਲ ਗਿਆ। ਅਸੀਂ ਜਿਹੜੀ ਤੁਸੀਂ ਈਵਨ ਦਨ ਕਿ ਲੈਂਡ ਨੂੰ ਵੇਖ ਲਵੋ, ਉਹਨੂੰ ਅਸੀਂ ਪਹਿਲੇ ਲੈਂਡ ਨੂੰ ਇਸ ਤਰ੍ਹਾਂ ਐਂਟਿਟੀ ਦੇ ਤੌਰ 'ਤੇ ਨਹੀਂ ਸਮਝਦੇ। ਠੀਕ ਹੈ, ਲੇਕਿਨ ਉਹ ਕੀ ਹੋਇਆ ਕਿ ਉਸ ਤੋਂ ਬਾਅਦ ਅਸੀਂ ਉਹਨੂੰ ਐਂਟਿਟੀ ਦੇ ਤੌਰ 'ਤੇ ਸਮਝਣਾ ਸ਼ੁਰੂ ਕਰ ਦਿੱਤਾ। ਉਹ ਫਿਰ ਉਸ ਤੋਂ ਬਾਅਦ ਤੁਸੀਂ ਵੇਖ ਲਓ ਅਸੀਂ ਦਰਿਆਵਾਂ ਨਾਲ ਕੀ ਕੀਤਾ। ਠੀਕ ਹੈ, ਅਸੀਂ ਜਿਹੜਾ ਬਾਕੀ ਜਿਹੜੇ ਜਾਨਵਰ ਨੇ ਉਹਨਾਂ ਦੇ ਨਾਲ ਅਸੀਂ ਕੀ ਕੀਤਾ। ਅੱਛਾ, ਅਤੇ ਹੁਣ ਸਵਾਲ ਇਹ ਵੇ ਕਿ ਮੇਰਾ ਤੁਹਾਡੇ ਸਾਰਿਆਂ ਕੋਲ ਸਵਾਲ ਹੈ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਅਸੀਂ ਯਾਨੀ ਇਸ ਸਭ ਕੁਝ ਜਾਣਨ ਤੋਂ ਬਾਅਦ ਔਰ ਇਸ ਟਾਈਮ ਇਹ ਜਿਹੜਾ ਤਰੀਕਾ ਹੈ ਤਾਲੀਮ ਹੈ ਉਹ ਇੰਨਾ ਮਰਬੂਤ ਹੋ ਚੁੱਕਿਆ ਹੈ, ਉਹ ਇੰਨਾ ਪੱਕਾ ਹੋ ਚੁੱਕਿਆ ਹੈ ਕਿ ਅਸੀਂ ਉਹਦੇ ਕੋ ਛੁਟਕਾਰਾ ਹਾਸਿਲ ਕਰਨਾ ਸਾਡੇ ਵਾਸਤੇ ਆਸਾਨ ਕੰਮ ਨਹੀਂ। ਠੀਕ ਹੈ, ਉਹ ਇੰਨਾ ਪੱਕਾ ਹੋ ਚੁੱਕਿਆ ਔਰ ਇੰਨੀ ਉਹਨੇ ਗ੍ਰਿਫਤ ਦੇ ਵਿੱਚ ਲੈ ਲਿਆ। ਅਤੇ ਤੁਹਾਡਾ ਕੀ ਖਿਆਲ ਹੈ ਕਿ ਅਸੀਂ ਅਗਰ ਚਾਹੁੰਦੇ ਹਾਂ ਕਿ ਵਾਕਈ ਅਸੀਂ ਅਗਰ ਆਪਣੀ ਆਉਣ ਵਾਲੀ ਨਸਲ ਜਿਹੜੀ ਹੈ ਸਾਡੀ ਉਹਨੂੰ ਵਾਕਈ ਅਸੀਂ ਚਾਹੁੰਦੇ ਹਾਂ ਕਿ ਉਹ ਸਿਰਫ ਇਲਮ ਨੂੰ ਫਾਇਦੇ ਨੁਕਸਾਨ ਵਾਸਤੇ ਨਾ ਇਸਤੇਮਾਲ ਕਰੇ ਬਲਕਿ ਉਹਨੂੰ ਇੱਕ ਬਰੋਡਰ ਸ਼ਕਲ ਦੇ ਵਿੱਚ ਵੇਖੇ, ਯਾਨੀ ਉਹਨੂੰ ਇੱਕ ਵੱਡੀ ਤਰ੍ਹਾਂ ਵੇਖੇ। ਸਿਰਫ ਉਹਨੂੰ ਜੋਬ ਲੈਣ ਵਾਸਤੇ ਜਾਂ ਸਿਰਫ ਉਹਨੂੰ ਕੰਮ ਕਰਨ ਵਾਸਤੇ ਨਾ ਵੇਖੇ ਬਲਕਿ ਜਿਹੜਾ ਇਲਮ ਦੇ ਨਾਲ ਸਾਡਾ ਸੰਬੰਧ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਰੀਗੇਨ ਕਰ ਸਕਦੇ ਹਾਂ। ਮੇਰਾ ਇਹ ਤੁਹਾਡੇ ਸਾਰਿਆਂ ਕੋਲ ਸਵਾਲ ਹੈ। ਨਹੀਂ ਮੈਂ ਤੁਸੀਂ ਵੀ ਮੇਰੇ ਕੋਲ ਜ਼ਰੂਰ ਪੁੱਛਣਾ। जॉब लेने वास्ते नहीं पढ़ते बल्कि अपने शौक में पढ़ते हैं। आवाम में भी उन्होंने प्रोफेशनल
ਕੰਮਾਂ ਨੂੰ ਇੰਨਾ ਉੱਚਾ ਲੈ ਗਏ, ਉਹ ਤਾਲੀਮ ਤੋਂ ਜ਼ਿਆਦਾ ਉਹਦੀ ਕਮਾਈ ਹੈ, ਜ਼ਿਆਦਾ ਵਕਤ ਹੈ, ਜ਼ਿਆਦਾ ਸਾਡੀ ਜਵਾਨ। ਹਾਂਜੀ ਉੱਥੇ ਅਜਿਹੇ ਕਿਉਂ ਉਹ ਲੈਵਲ ਇਹ ਲੈਵਲ ਉੱਥੇ ਇਸ ਤਰ੍ਹਾਂ ਕਿਉਂ ਹੈ? ਉੱਥੇ ਆਵਾਮ ਦਾ ਇਹ ਦੇਣ ਕਿਉਂ ਨਹੀਂ ਹੈ? ਔਰ ਜਿਹੜੇ ਸਾਡੀ ਬਾਹਰ ਜਾ ਕੇ ਪਾਰਟੀ ਹੈ ਉੱਥੋਂ ਨੇ ਐਕਟਿਵ ਕੀਤਾ ਹੁੰਦਾ ਹੈ ਕਿ ਰੇਡੀ ਲਾਉਣ ਤੋਂ ਨਹੀਂ ਸਮਝ ਬਾਹਰ ਜਾ ਕੇ ਬਰਗਰ ਲਗਾ ਰਹੇ, ਬਾਹਰ ਜਾ ਕੇ ਬਰਗਰ ਲਾ ਰਹੇ ਹਨ। ਮਜ਼ਦੂਰੀ ਕਰ ਰਹੇ ਸਾਰਾ ਸਿਸਟਮ ਪੜ੍ਹੇ ਲਿਖੇ ਕਿਉਂ? ਹਾਂਜੀ, ਉਹ ਮੇਰੀ ਸਮਝ ਦੇ ਮੁਤਾਬਿਕ ਜਿਹੜਾ ਨਾ ਉਹ ਸਾਡਾ ਤਾਲੀਮੀ ਨਿਜ਼ਾਮ ਜਿਹੜਾ ਹੈ ਉਹ ਅਸਲ ਦੇ ਵਿੱਚ ਸਾਨੂੰ ਬਾਬੂ ਬਣਾਉਂਦਾ ਹੈ, ਜਿਹੜਾ ਸਾਡਾ ਸਕੂਲਿੰਗ ਸਿਸਟਮ ਹੈ। ਇਸ ਵਜ੍ਹਾ ਤੋਂ ਅਸੀਂ ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰਨਾ ਜਿਹੜਾ ਉਹਨੂੰ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਨਾ ਉਹ ਮੈਨੂੰ ਸ਼ੋਭਾ ਨਹੀਂ ਦਿੰਦਾ ਕਿ ਮੈਂ ਇਹ ਵਾਲਾ ਕੰਮ ਕਰਾਂ, ਕਿਉਂਕਿ ਮੈਂ ਪੜ੍ਹਿਆ ਲਿਖਿਆ ਹਾਂ ਤੇ ਮੈਂ ਜਿਹੜਾ ਨਾ ਉਹ ਕਿਸੇ ਉੱਚੀ ਜਗ੍ਹਾ ਤੇ ਹੀ ਨੌਕਰੀ ਕਰਾਂਗਾ। ਉਹ ਇਹਦੇ ਪਿੱਛੇ ਵੇਖੋ ਨਾ ਤੁਸੀਂ ਕਿ ਉਹੀ ਯਾਨੀ ਤੁਸੀਂ ਮਾਸ਼ਰੇ ਨਾਲ ਕੱਟ ਗਏ ਹੋ ਤੇ ਤੁਸੀਂ ਇੱਥੇ ਵੀ ਇਨਫਰਾਦੀ ਤੌਰ 'ਤੇ ਹੀ ਸੋਚ ਰਹੇ ਹੋ ਕਿ ਮੈਂ ਅੱਛਾ। ਦੂਸਰੀ ਗੱਲ ਇਹ ਵੇ ਕਿ ਉਹ ਜਿਹੜਾ ਉੱਥੇ ਉਹਨੇ ਸਕੂਲ ਦੇ ਵਿੱਚ ਜਿਹੜਾ ਤਾਲੀਮ ਲਈ ਹੈ ਜਾਂ ਨੌਲੇਜ ਲਿਆ ਹੈ, ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਇਲਮੀ ਤੌਰ 'ਤੇ ਮਗਰੂਰ ਬਣਾ ਦਿੱਤਾ ਹੈ। ਠੀਕ ਹੈ, ਇਲਮੀ ਤੌਰ 'ਤੇ ਮਗਰੂਰ ਇਸ ਤਰ੍ਹਾਂ ਬਣਾ ਦਿੱਤਾ ਹੈ ਕਿ ਉਹ ਸਮਝਦਾ ਹੈ ਕਿ ਇਹ ਵਾਲਾ ਕੰਮ ਮੈਂ ਕਰ ਸਕਦਾ ਹਾਂ, ਇਹ ਵਾਲਾ ਕੰਮ ਮੈਂ ਨਹੀਂ ਕਰ ਸਕਦਾ। ਫਿਰ ਦੂਸਰਾ ਹੈ ਕਿ ਤੁਸੀਂ ਦੂਸਰੀ ਸਾਈਡ 'ਤੇ ਅਗਰ ਵੇਖੋ ਤੇ ਸਾਨੂੰ ਬਹੁਤ ਜ਼ਿਆਦਾ ਨਜ਼ਰ ਆਉਂਦਾ ਹੈ ਇਲਮੀ ਤੌਰ 'ਤੇ ਗਰੂਰ ਜਿਹੜਾ ਹੈ ਉਹ ਸਾਡੀ ਤਾਲੀਮੀ ਨਿਜ਼ਾਮ ਦੇ ਵਿੱਚ ਬਹੁਤ ਜ਼ਿਆਦਾ ਉਹਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਪੱਕੀਆਂ ਨੇ। ਯਾਨੀ ਅਸੀਂ ਇਹ ਸਮਝਦੇ ਹਾਂ ਉਹ ਇਹਦੇ ਪਿੱਛੇ ਰੀਜ਼ਨ ਜਿਹੜੀ ਹੈ ਨਾ ਉਹ ਅੰਗਰੇਜ਼ ਦੀ ਦਿੱਤੀ ਹੋਈ ਸਕੂਲਿੰਗ ਸਿਸਟਮ ਹੀ ਹੈ। ਮੇਰਾ ਸਵਾਲ ਹੈ ਕਿ ਸਿਸਟਮ ਤੇ ਉੱਤੇ ਵੀ ਉਸ ਕੌਮ ਦਾ ਨਵੇਂ ਮਿਜ਼ਾਜ ਹੈ, ਉਹ ਸਾਈਕਲ ਤੇ ਜਾਜੀ ਬੈਠਾ ਹੋਏ ਜਾਂ ਆਮ ਆਦਮੀ ਦਾ ਫਰਕ ਹੈ। ਉੱਥੇ ਤਾਲੀਮ ਨੂੰ ਜੌਬ ਵਾਸਤੇ ਹਾਸਿਲ ਨਹੀਂ ਕੀਤਾ ਜਾਂਦਾ, ਉੱਥੇ ਤਹਿਕੀਕ ਇਸ ਵਾਸਤੇ ਕੀਤੀ ਜਾਂਦੀ ਹੈ ਕਿ ਮੈਨੂੰ ਸ਼ੌਕ ਹੈ, ਮੈਂ ਚੀਜ਼ ਤਲਾਸ਼ ਕਰਨੀ ਹੈ ਮੇਰਾ। और प्रोफेशनल्स जितने भी हैं उन्होंने भी कमाई एक प्रोफेसर की हमेशा ही ज़्यादा होती है। इला ये कि गुरबत के कोई मजदूरी कर रहा हो लाइफ में भी ज़्यादा वो सिस्टम सेम है, लेकिन कौमा दो मुख्तलिफ उनका नतीजा मुख्तलिफ सेम ए लेवल ओ लेवल ਤੇ ਜਿਹੜਾ ਸਾਡਾ ਸਿਸਟਮ मैं उस मुल्क की बात कर रहा हूँ जिससे अंग्रेज हाँ तालीमी निज़ाम यही है ना, यूनिवर्सिटी कॉलेज स्कूल होती है, निसाब नहीं है, निसाब भी वही है, ओ लेवल पढ़ाने का अंदाज नहीं है। सिर्फ ये कर तालीमी निज़ाम ਉੱਥੇ भी यही, लेकिन नतीजा ਉਹਦੇ ਵਿੱਚ ਉਸ ਨਿਜ਼ਾਮ ਵਿੱਚ ਅਸੀਂ ਉਸ ਕੌਮ ਨੂੰ ਪਾਇਆ ਉਹ ਉਂਝ ਦੀ इस निज़ाम की वजह अपनी कौम को पाया तो साडा निज़ाम इस तरह का तुसी देखो ना। अच्छा, ਉਹਦੇ ਪਿੱਛੇ ਮੇਰੀ ਸਮਝ ਦੇ ਮੁਤਾਬਿਕ ਉਹ ਮਹਿਕੂਮ ਨਹੀਂ ਹੋਏ। ਠੀਕ ਹੈ, ਉਹਨਾਂ ਤੇ ਕਿਸੇ ਨੇ ਆ ਕੇ ਜਿਹੜਾ ਨਾ ਉਹ ਤਰੀਕਾ ਤਾਲੀਮ ਰਾਇਜ ਨਹੀਂ ਕੀਤਾ। ਸਾਡੇ ਉੱਤੇ ਕਿਸੇ ਨੇ ਆ ਕੇ ਤਰੀਕਾ ਤਾਲੀਮ ਰਾਇਜ ਕੀਤਾ, ਅਸੀਂ ਕਨਫਿਊਜ਼ ਹੋ ਗਏ। ਨਾ ਅਸੀਂ ਅੱਗੇ ਤੇ ਰਹੇ ਨਾ ਅਸੀਂ ਪਿੱਛੇ ਤੇ ਰਹੇ। ਤੁਸੀਂ ਅੱਜ ਵੀ ਵੇਖੋ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਤਾਲੀਮ ਦੇ ਵਿੱਚ, ਉਹ ਸਵਾਲ ਹਜੇ ਤੱਕ ਕਿੰਨੇ 76 ਸਾਲ ਹੋ ਗਏ ਨੇ। ਹਾਂਜੀ, ਉਹ ਸਵਾਲ ਇਹ ਕਿ ਕਿਹੜੀ ਜ਼ੁਬਾਨ 'ਚ ਪੜ੍ਹਾਉਣਾ। ਠੀਕ ਹੈ, ਆਇਆ ਕਿ ਅਸੀਂ ਮਾਦਰੀ ਜ਼ੁਬਾਨ 'ਚ ਪੜ੍ਹਾਉਣਾ ਹੈ, ਆਇਆ ਕਿ ਅਸੀਂ ਉਰਦੂ 'ਚ ਪੜ੍ਹਾਉਣਾ ਹੈ, आया कि ਅਸੀਂ अंग्रेजी च पढ़ा। आप जाने आप कोई आप इजाजत दिए
जापान भी मासूम है, फौज बनाने की इजाजत नहीं देती। जर्मनी ओपन, इटली भी जंगे अजीम दोन तो बाद अमेरिका भी उत्थे भी आबादी है ना जर्मनी सॉरी बरतानिया ने जाके की, फिर वो आस्ट्रेलिया भी गए ने, अफ्रीका भी गए ने। चलो किसी हद तक बराए रास्त बिल वास्ता उन्होंने अरबा से भी उन्होंने कंट्रोल रहा है, मशरक़ी वस्ता च भी रहा है। सिर्फ ला लो कि ईरान से नहीं वो आए, तुर्की के उन्होंने बंदे उस मजाज के बंदे उन्होंने अपने बाद थे, पाशा साहब आए, उन्हें सारा कुछ पलटाता, उन्हें पतलूना पा लो ते ए चीज़ां ला दो तुसी एक नई कौम बन जाओ। वैसे साढ़े नाल तरक्की कर रहे हैं पतलून पा के। गल ये है कि असली इन्हू सारे बने एक चीज नूं देखां सभी ये चीजों को देखो कि किसी आता हूं साढ़े मुकाबले में देखो ते अंग्रेज भी नाम ही है, लेकिन वो साढ़े नालों अगे जा मेरा तो साडा कोई मसला जिहड़ा ना कोई स्पेशल है क्रिएटिव माइंड नहीं है। अच्छा शाह जी, ਤੁਸੀਂ ਜਾਪਾਨ ਦੀ ਗੱਲ ਕੀਤੀ। ਜਾਪਾਨ ਦਾ ਸਕੂਲਿੰਗ ਸਿਸਟਮ ਜਿਹੜਾ ਹੈ ਨਾ ਉਹ ਇੰਨਾ ਕਮਿਊਨਲ ਬੇਸਡ ਹੈ ਕਿ ਉੱਥੇ ਬੱਚੇ ਖਾਣਾ ਵੀ ਆਪਣਾ ਆਪ ਪਕਾਉਂਦੇ ਨੇ। ਉੱਥੇ ਆਇਆ ਦਾ ਕਨਸੈਪਟ ਨਹੀਂ ਹੈਗਾ ਸਕੂਲ ਦੇ ਵਿੱਚ, ਬੱਚੇ ਖੁਦ ਸਫਾਈ ਕਰਦੇ ਹਨ। ਠੀਕ ਹੈ ਨਾ, ਤੇ ਉਹ ਵੇਖੋ ਉਹ ਕਮਿਊਨਿਟੀ ਯਾਨੀ ਉਸ ਜਿਹੜੀ ਕਮਿਊਨਲ ਇੰਟੈਗ੍ਰਿਟੀ ਜਿਹੜੀ ਹੈ ਉਹ ਉਹਨਾਂ ਨੇ ਨਹੀਂ ਛੱਡੀ। ਠੀਕ ਹੈ, ਹਾਂਜੀ, ਤੇ ਉਹ ਸਾਡੀ ਜਿਹੜੀ ਉਹ ਬਣ ਹੀ ਨਹੀਂ ਪਾਈ, ਉਹ ਕਮਿਊਨਲ ਇੰਟੈਗ੍ਰਿਟੀ ਜਿਹੜੀ ਹੈ ਉਹ ਸਾਡੀ ਬਣ ਹੀ ਨਹੀਂ ਪਾਈ। वो बिल्डिंग करैक्टर करना एक शुरू ਹਾਂਜੀ हो जी, थोड़ा ऊंचा। स्कूलिंग सिस्टम जो है उसकी तालीम और तरबियत जो है उसका हल क्या है, तो उसने जो अशराफिया ने अपनाया है पाकिस्तान में वो होम स्कूलिंग को अपनाया है कि ज़्यादातर वो अपने बच्चों को कॉलेज लेवल तक मतलब घर में पढ़ाते हैं, उसके बाद यूनिवर्सिटी में भेज देते हैं। लेकिन आम जो पाकिस्तानी है वो इस तरह नहीं कर सकता, क्योंकि नाम के बाद इतने वसाइल होते हैं और ना जो है वो मतलब इतना मतलब नॉर्मल लिटरेसी रेट अगर पाकिस्तान में इतना नहीं है कि वो बच्चों को पढ़ा सके। तो इसका मेरे ख्याल से तो हल ये है कि स्कूल से हम तालीम ले लें, लेकिन तरबियत जो है वो स्कूल की इसी तरह नहीं कर सकता। तो तरबियत हमें जो एज अ पेरेंट खुद करनी पड़ेगी अपने बच्चों की। इस तरह मैं अपनी एग्जाम्पल दूंगा कि जब मैं स्कूल से पढ़ के आता था तो पापा ऑफिस से आते थे तो वो यूजली कहानी सुनाते थे कोई याद करो, उसका कोई ना कोई एक मॉरल होता था, या फिर अपनी कोई ऑफिस की बात करते थे कि आज ऐसा हुआ इस तरह आपको करना चाहिए अगर आप उसकी जगह पे। तो मेरे ख्याल से तरबियत जो है वो एज अ पेरेंट हमें खुद करनी चाहिए, स्कूल पे बिल्कुल भी लाइक करना चाहिए कि वो तालीम और तरबियत इकट्ठी रखती है। तो मेरे ख्याल से एक हल ये हो सकता है कि हमारा ਤੁਸੀਂ ਬਹੁਤ ਅੱਛਾ ਪਹਿਲੂ ਜਿਹੜਾ ਚੁੱਕਿਆ ਹੈ। ਉਹ ਵੇਖੋ ਕਿ ਅਸੀਂ ਉਹ ਸਕੂਲਿੰਗ ਸਿਸਟਮ ਤੋਂ ਛੁਟਕਾਰਾ ਤੇ ਅਸੀਂ ਨਹੀਂ ਲੈ ਸਕਦੇ, ਲੇਕਿਨ ਅਸੀਂ ਬੀਇੰਗ ਅ ਪੇਰੈਂਟ ਜਾਂ ਬੀਇੰਗ ਅ ਗਾਰਡੀਅਨ ਇਹ ਸਾਰੀਆਂ ਚੀਜ਼ਾਂ ਜਾਣਦੇ ਹੋਇਆ ਅਸੀਂ ਜਿਹੜਾ ਹੈ ਕਿ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਉਹ ਦੂਸਰਾ ਰਸਤਾ ਵੀ ਵਿਖਾ ਸਕਦੇ ਹਾਂ। ਸਿਰਫ ਇਹ ਨਹੀਂ ਹੈ, ਇਹ ਯਾਨੀ ਇਹਦੇ ਵਿੱਚ ਅਗਰ ਤੁਸੀਂ ਵੇਖੋ ਨਾ ਪੇਰੈਂਟਿੰਗ ਇੱਕ ਪੂਰਾ ਅਮਲ ਹੈ। ਠੀਕ ਹੈ, ਬੱਚੇ ਤੁਸੀਂ ਦੇਖੋ ਅਗਰ ਤੁਸੀਂ ਬੱਚੇ ਪੈਦਾ ਕਰਦੇ ਹੋ ਨਾ ਸੋਚ ਸਮਝ ਕੇ ਬੱਚੇ ਪੈਦਾ ਕਰਦੇ ਹੋ ਨਾ, ਜਾਂ ਬਗੈਰ ਸੋਚੇ ਸਮਝੇ ਕਰਦੇ ਹੋ। ਅਗਰ ਤੁਸੀਂ ਸੋਚ ਸਮਝ ਕੇ ਪੈਦਾ ਕਰਦੇ ਹੋ ਤੇ ਉਹਦੇ ਪਿੱਛੇ ਇੱਕ ਪੂਰਾ ਅਮਲ ਹੈ ਪੇਰੈਂਟਿੰਗ ਦਾ ਕਿ ਤੁਸੀਂ ਉਹਨੂੰ ਉਹਦੀ ਨਿਗਹਦਾਸ਼ਤ ਕਿਵੇਂ ਕਰੋਗੇ। ਉਹਦੀ ਸਕੂਲਿੰਗ ਜਿਹੜੀ ਤੁਸੀਂ ਗੱਲ ਕੀਤੀ ਹੈ ਉਹਨੇ ਹੋਮ ਸਕੂਲਿੰਗ ਵਾਲੀ, ਇਹ ਕਾਫੀ ਜ਼ਿਆਦਾ ਟ੍ਰੈਂਡ ਇਸ ਟਾਈਮ ਪਾਕਿਸਤਾਨ ਦੇ ਵਿੱਚ ਚੱਲਦਾ ਪਿਆ। ਹਾਂਜੀ, ਅੱਛਾ, ਇਹਦੇ 'ਤੇ ਇੱਕ ਬੜੀ ਇੰਟਰਸਟਿੰਗ ਸਟੱਡੀ ਮੈਂ ਪੜ੍ਹੀ ਸੀ, ਉਹ ਸੀ ਕਿ ਅੱਛਾ ਬੜੀ ਮਜ਼ੇਦਾਰ ਗੱਲ ਹੈ ਕਿ ਸਕੂਲ ਇੱਕ ਜਿਹੜਾ ਨਾ ਕੰਜ਼ਰਵੇਟਿਵ ਐਂਟਿਟੀ, ਜਦੋਂ ਵੀ ਤੁਸੀਂ ਕੋਈ ਚੇਂਜ ਲਿਆਉਣ ਦੀ ਗੱਲ ਕਰੋਗੇ ਸਕੂਲਿੰਗ ਸਿਸਟਮ ਰੈਜ਼ਿਸਟ ਕਰੇਗਾ ਉਹਨੂੰ। ਠੀਕ ਹੈ, ਅੱਛਾ, ਉਹ ਇੱਕ ਜਿਹੜੀ ਸਟੱਡੀ ਸੀ ਉਹ ਇਹ ਸੀ ਕਿ ਹੁਣ ਇਹ ਸਵਾਲ ਕੀਤਾ ਜਾਂਦਾ ਹੈ ਕਿ ਜਿਹੜੇ ਬੱਚੇ ਹੋਮ ਸਕੂਲ
ਹੁੰਦੇ ਨੇ, ਹੋਮ ਸਕੂਲਡ ਬੱਚੇ ਨੇ, ਉਹ ਆਪਣਾ ਉਹਨਾਂ ਦੀ ਸੋਸ਼ਲਾਈਜੇਸ਼ਨ ਕਿਸ ਤਰ੍ਹਾਂ ਹੁੰਦੀ ਹੈ, ਉਹ ਲੋਕਾਂ ਨਾਲ ਜਿਹੜਾ ਉਹ ਗੱਲਬਾਤ ਕਿਵੇਂ ਕਰਦੇ ਨੇ, ਕਿਉਂਕਿ ਸਕੂਲ ਦੇ ਵਿੱਚ ਤੇ ਇੱਕ ਆਰਟੀਫਿਸ਼ਲ ਮਾਹੌਲ ਦਿੱਤਾ ਜਾਂਦਾ ਨਾ ਬੱਚਿਆਂ ਨੂੰ ਕਿ ਬੱਚੇ ਦੂਸਰੇ ਨਾਲ ਗੱਲਬਾਤ ਕਰਦੇ ਨੇ। ਤੇ ਉਸ ਸਟੱਡੀ ਦਾ ਬੜਾ ਜਿਹੜਾ ਇੰਟਰਸਟਿੰਗ ਨਤੀਜਾ ਸੀ ਉਹ ਇਹ ਸੀ ਕਿ ਜਿਹੜੇ ਬੱਚੇ ਹੋਮ ਸਕੂਲ ਨੇ ਉਹ ਸਕੂਲ ਵਾਲੇ ਬੱਚਿਆਂ ਨੂੰ ਜ਼ਿਆਦਾ ਕੌਨਫੀਡੈਂਟ ਨੇ, ਉਹ ਜ਼ਿਆਦਾ ਸੋਸ਼ਲਾਈਜੇਸ਼ਨ ਕਰਦੇ ਨੇ ਕਿਉਂਕਿ ਉਹ ਨੈਚੁਰਲ ਇਨਵਾਇਰਨਮੈਂਟ ਦੇ ਵਿੱਚ ਹੁੰਦੇ ਨੇ। ਉਹ ਜ਼ਿਆਦਾ ਕੌਨਫੀਡੈਂਟ ਵੀ ਇਸੇ ਵਜ੍ਹਾ ਤੋਂ ਹੈ ਕਿਉਂਕਿ ਉਹਨਾਂ ਦੇ ਮਾਂ-ਬਾਪ ਹਰ ਵਕਤ ਉਹਨਾਂ ਦੀ, ਉਹ ਸਿਰਫ ਇਹ ਨਹੀਂ ਹੈ ਕਿ ਇੰਨੇ ਤੋਂ ਇੰਨੇ ਟਾਈਮ, ਮੇਰੇ ਕੁਝ ਦੋਸਤ ਨੇ ਜਿਹੜੇ ਹੁਣ ਆਪਣੇ ਬੱਚਿਆਂ ਨੂੰ ਹੋਮ ਸਕੂਲ ਕਰ ਰਹੇ ਹਨ, ਉਹ ਇਹ ਨਹੀਂ ਹੈ ਕਿ ਸਿਰਫ ਇੰਨੇ ਤੋਂ ਇੰਨੇ ਟਾਈਮ ਪੜ੍ਹਨਾ ਹੈ ਬਾਕੀ ਨਹੀਂ, ਉਹ ਪੂਰਾ ਦਿਨ ਜਿਹੜਾ ਹੈ ਉਹਨਾਂ ਨੇ ਉਹ ਇਸ ਤਰ੍ਹਾਂ ਪਲਾਨ ਕੀਤਾ ਹੁੰਦਾ ਹੈ ਕਿ ਅਗਰ ਸੋਸ਼ਲਾਈਜੇਸ਼ਨ ਦੀ ਗੱਲ ਕਰ ਰਹੇ ਹਾਂ, ਅੱਛਾ ਅਗਰ ਬੱਚਾ ਤੁਸੀਂ ਸਬਜ਼ੀ ਖਰੀਦਣ ਜਾ ਰਹੇ ਹੋ, ਠੀਕ ਹੈ, ਤੁਸੀਂ ਬੱਚੇ ਨੂੰ ਆਪਣੇ ਨਾਲ ਲੈ ਕੇ ਜਾਂਦੇ ਹੋ, ਤੁਸੀਂ ਬੱਚੇ ਨੂੰ ਕਹਿੰਦੇ ਹੋ ਕਿ ਤੂੰ ਭਾਓ ਕਰ, ਠੀਕ ਹੈ, ਤੇ ਉਹ ਵੇਖੋ ਉਹ ਇੱਕ ਨੈਚੁਰਲ ਤਰੀਕਾਕਾਰ ਦੇ ਰਾਹੀਂ ਸੋਸ਼ਲਾਈਜੇਸ਼ਨ ਕਰਦਾ ਪਿਆ, ਜਦਕਿ ਜਿਹੜਾ ਸਕੂਲ ਦਾ ਰਿਜ਼ਲਟਸ ਨਿਕਲੇ ਸਨ ਉਹ ਇਹ ਸਨ ਕਿ ਬੱਚੇ ਕੌਨਫੀਡੈਂਟ ਨਹੀਂ ਨੇ, ਬੱਚੇ ਜਦੋਂ ਵੀ ਉਹਨਾਂ ਨੂੰ ਕੋਈ ਗੱਲ ਕੀਤੀ ਜਾਂਦੀ ਹੈ ਤੇ ਉਹ ਜ਼ਿਆਦਾ ਉਹ ਸ਼ਾਏ ਹੋ ਜਾਂਦੇ ਨੇ ਜਾਂ ਉਹ ਗੱਲ ਨਹੀਂ ਕਰਨਾ ਚਾਹੁੰਦੇ। ਉਹਦੇ ਪਿੱਛੇ ਇੱਕ ਬਹੁਤ ਵੱਡੀ ਜਿਹੜੀ ਚੀਜ਼ ਹੈ ਉਹ ਇਹ ਵੇ ਕਿ ਸਕੂਲ ਦਾ ਆਰਟੀਫਿਸ਼ਲ ਇਨਵਾਇਰਨਮੈਂਟ ਜਿਹੜਾ ਹੈ ਉਹ ਕਿੰਨਾ ਹੈਬਤਨਾਕ ਹੋ ਜਾਂਦਾ ਬੱਚਿਆਂ ਵਾਸਤੇ, ਠੀਕ ਹੈ, ਉਹ ਕਿੰਨਾ ਉਹਨੂੰ ਡਰਪੋਕ ਬਣਾ ਦਿੰਦਾ ਹੈ। ਯਾਨੀ ਉਹ ਸਭ, ਅੱਛਾ ਇੱਕ ਜਿਹੜੀ ਅਹਿਮ ਚੀਜ਼ ਉਹ ਵੇ ਕਿ ਸਕੂਲਿੰਗ ਸਿਸਟਮ ਜਿਹੜਾ ਨਾ ਉਹ ਚਾਹੁੰਦਾ ਹੈ ਕਿ ਅਸੀਂ ਕਨਫੋਰਮਿਟੀ ਵੱਲ ਆ ਜਾਈਏ, ਅਸੀਂ ਇੱਕੋ ਜਿਹੇ ਹੋਈਏ ਸਾਰੇ, ਠੀਕ ਹੈ, ਉਹ ਸਾਨੂੰ ਤਖਲੀਕੀ ਹੋਣ ਤੋਂ ਰੋਕਦਾ ਹੈ। ਅੱਛਾ, ਤਖਲੀਕੀ ਹੋਣ ਦੇ ਪਿੱਛੇ ਇੱਕ ਬਹੁਤ ਵੱਡੀ ਜਿਹੜੀ ਚੀਜ਼ ਹੈ ਉਹ ਹੈ ਸਵਾਲ ਪੁੱਛਣਾ। ਅੱਛਾ, ਮੈਂ ਇੱਕ ਤਜਰਬਾ ਕੀਤਾ ਆਪਣੇ ਸਟੂਡੈਂਟਸ ਦੇ ਨਾਲ। ਮੈਂ ਸਟੂਡੈਂਟਸ ਦੇ ਨਾਲ ਤਜਰਬਾ ਕੀ ਕੀਤਾ ਕਿ ਮੈਂ ਉਹਨਾਂ ਨੂੰ ਇੱਕ ਕੋਰਸ ਪੜ੍ਹਾਇਆ ਅਤੇ ਉਹਦਾ ਐਂਡ 'ਤੇ ਪੇਪਰ ਲੈਣਾ ਸੀ, ਅਤੇ ਮੈਂ ਪੇਪਰ ਜਿਹੜਾ ਲਿਆ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਜਿਹੜਾ ਮੈਂ ਤੁਹਾਨੂੰ ਨਿਸਾਬ ਪੜ੍ਹਾਇਆ ਉਹਦੇ ਵਿੱਚੋਂ ਤੁਸੀਂ 5 ਕਿਉਂ ਦੇ ਸਵਾਲਾਤ ਕੱਢ ਲਿਆਓ, ਜਿਹੜੇ ਕਿਉਂ ਨਾਲ ਸ਼ੁਰੂ ਹੁੰਦੇ ਹੋ, ਜਿਹੜੇ ਐਸੇ ਸਵਾਲ ਹੋਣ ਜਿਹੜੇ ਨਾ ਕਿਸੇ ਗਾਈਡ ਦੇ ਵਿੱਚ ਹੋਣ, ਨਾ ਹੀ ਕਿਸੇ ਤੁਸੀਂ ਆਪਣਾ ਪਾਸਟ ਪੇਪਰ ਤੋਂ ਚੁੱਕੇ ਹੋਏ ਹੋਣ, ਬਲਕਿ ਤੁਸੀਂ ਆਪਣੇ ਦਿਮਾਗ ਨਾਲ ਸੋਚ ਕੇ ਤੇ 5 ਸਵਾਲ, ਸਿਰਫ 5 ਸਵਾਲ, ਤੇ ਤੁਸੀਂ ਹੈਰਾਨ ਹੋਵੋਗੇ ਬੱਚੇ ਨਹੀਂ ਲਿਖ ਸਕੇ ਸਨ, ਬੱਚੇ ਨਹੀਂ ਕਰ ਸਕੇ ਸਨ। ਕਿਉਂ? ਕਿਉਂਕਿ ਜਿਹੜਾ ਪਿੱਛੇ 14 ਸਾਲ ਦਾ ਜਿਹੜਾ ਸਫ਼ਰ ਹੈ ਸਕੂਲ ਦਾ, 12 ਸਾਲ ਦਾ ਸਫ਼ਰ ਹੈ, ਉਹਦੇ ਵਿੱਚ ਸਵਾਲ ਕਰਨਾ ਜਿਹੜਾ ਹੈ ਉਹਨੂੰ ਠੀਕ ਹੀ ਨਹੀਂ ਗਰਦਾਨਿਆ ਗਿਆ, ਉਹਨੂੰ ਹਮੇਸ਼ਾ ਕ੍ਰਿਟਿਸਿਜ਼ਮ ਦੇ ਤੌਰ 'ਤੇ ਲਿਆ ਗਿਆ, ਜਾਂ ਹਮੇਸ਼ਾ ਇਹ ਵੇ ਕਿ ਉਹਨੂੰ ਡਰਾ ਧਮਕਾ ਦਿੱਤਾ ਗਿਆ ਹੈ। ਅਤੇ ਉਸ ਦੀ ਵਜ੍ਹਾ ਨਾਲ ਉਹ ਜਦੋਂ ਉੱਥੇ ਆਇਆ ਅਤੇ ਉਹਦਾ ਸਵਾਲ ਕਰਨ ਦਾ ਜਿਹੜਾ ਹੈ, ਹਾਂਜੀ, ਉਹ ਸਵਾਲ ਕਰਨਾ ਬੰਦ ਹੋ ਗਿਆ। ਅਤੇ ਬੜੀ ਇੱਕ ਇੰਟਰਸਟਿੰਗ ਸਟੱਡੀ ਹੈ ਕਿ 3 ਤੋਂ 5 ਸਾਲ ਦੇ ਅਰਸੇ ਦੇ ਵਿੱਚ ਇੱਕ ਬੱਚਾ ਜਿਹੜਾ ਹੈ ਉਹ ਤਕਰੀਬਨ ਡੇਲੀ 80 ਸਵਾਲ ਕਰਦਾ ਹੈ ਆਪਣੇ ਮਾਂ-ਬਾਪ ਨੂੰ। 3 ਤੋਂ 5 ਸਾਲ ਦੇ ਅਰਸੇ ਡੇਲੀ 80 ਸਵਾਲ ਕਰਦਾ ਹੈ, ਔਰ ਜਿਵੇਂ ਉਹ ਸਕੂਲ ਜਾਂਦਾ ਹੈ ਇਹ ਰੇਸ਼ੋ ਥੱਲੇ ਆਉਂਦੀ ਜਾਂਦੀ। ਜਿਵੇਂ ਉਹ ਮੈਟ੍ਰਿਕ 'ਚ ਹੁੰਦਾ ਹੈ ਅਤੇ ਉਹ ਸਵਾਲ ਕਰਨਾ ਬੰਦ ਹੋ ਜਾਂਦਾ। ਅਤੇ ਇੱਥੋਂ ਤੁਸੀਂ ਦੇਖੋ ਕਿ
ਸਾਡਾ ਸਕੂਲਿੰਗ ਸਿਸਟਮ ਜਿਹੜਾ ਹੈ ਉਹ ਸਾਨੂੰ ਸਵਾਲ ਕਰਨ ਤੋਂ ਕਿਵੇਂ ਰੋਕਦਾ ਪਿਆ ਹੈ। ਠੀਕ ਹੈ, ਉਹ ਦੁਬਾਰਾ ਮੈਂ ਆਵਾਂਗਾ ਕਿ ਉਹ ਜਿਹੜਾ ਅਥਾਰਟੀ ਫਿਗਰ ਹੈ ਕਲਾਸ ਦੇ ਵਿੱਚ, ਠੀਕ ਹੈ, ਉਹ ਅਥਾਰਟੀ ਫਿਗਰ ਉਹ ਕੰਟਰੋਲ ਕਰ ਰਿਹਾ ਹੈ ਸਾਡੇ ਬੱਚਿਆਂ ਨੂੰ, ਉਹਨਾਂ ਨੂੰ ਆਜ਼ਾਦੀ ਦੇ ਨਾਲ ਸਵਾਲ ਕਰਨ ਦਾ ਜਾਂ ਉਹਨਾਂ ਨੂੰ ਆਜ਼ਾਦੀ ਦੇ ਨਾਲ ਕੁਝ ਸੋਚਣ ਦਾ ਜਿਹੜਾ ਹੈ ਕਿ ਉਹਨੂੰ ਕਹਿੰਦੇ ਕਿ ਕੋਈ ਵੀ ਮੌਕਾ ਨਹੀਂ ਦੇ ਰਿਹਾ। ਅੱਛਾ, ਦੂਸਰੀ ਸਾਈਡ ਤੇ ਅਗਰ ਮੈਂ ਗੱਲ ਕੀਤੀ ਸੀ ਕਹਾਣੀ ਦੀ, ਸਾਡੀ ਜਿਹੜੀ ਰਵਾਇਤ ਹੈ, ਅਗਰ ਤੁਸੀਂ ਵੇਖੋ ਇਹ ਜਿਹੜੀ ਕਹਾਣੀ ਦਾਸਤਾਨ ਗੋਈ ਜਾਂ ਕਹਾਣੀ ਕਹਿਣ ਦਾ ਅਮਲ ਹੈ, ਇਹਦੇ ਵਿੱਚ ਬੱਚੇ ਦੀ ਇਹ ਯਾਨੀ ਰਿਸਰਚ ਨੇ ਪ੍ਰੂਵ ਕੀਤਾ ਹੈ ਕਿ ਬੱਚੇ ਦੀ ਜਿਹੜੀ ਸੋਚਣ ਦੀ ਇਮੈਜੀਨੇਸ਼ਨ ਦੀ ਜਿਹੜੀ ਉਹ ਹੈਗੀ ਹੈ, ਹਾਂ, ਜਲਾ ਹੈ ਜਾਂ ਸਲਾਹੀਅਤ ਹੈ, ਉਹ ਇੰਨੀ ਜ਼ਿਆਦਾ ਇੰਨੀ ਛੇਤੀ ਗਰੋ ਕਰਦੀ ਹੈ। ਠੀਕ ਹੈ, ਉਹ ਇੰਨੀ ਜਲਦੀ ਔਰ ਉਹਦੇ ਯਾਨੀ ਉਹ ਮਲਟੀਪਲਾਈ ਹੁੰਦੀ ਹੈ। ਜਦੋਂ ਤੁਸੀਂ ਬੱਚੇ ਨੂੰ ਕਹਾਣੀ ਸੁਣਾ ਰਹੇ ਹੁੰਦੇ ਹੋ ਨਾ, ਉਸ ਟਾਈਮ ਉਹਦੀ ਜਿਹੜੀ ਕ੍ਰੀਏਟਿਵ ਇਮੈਜੀਨੇਸ਼ਨ ਹੈ ਉਹ ਇੰਨੇ ਤੇਜ਼ੀ ਦੇ ਨਾਲ ਕੰਮ ਕਰਦੀ ਹੁੰਦੀ ਹੈ ਕਿ ਤੁਸੀਂ ਬਾਕੀ ਹੋਰ ਕਿਸੇ ਵੀ ਤਰੀਕੇ ਨਾਲ ਉਹਨੂੰ ਸਿਖਾਓ ਤੇ ਉਹ ਓਨੀ ਤੇਜ਼ੀ ਦੇ ਨਾਲ ਉਹ ਨਹੀਂ ਹੋਏਗੀ। ਮੇਰਾ ਆਪਣਾ ਐਕਸਪੀਰੀਅੰਸ ਹੈ ਕਿ ਬਹੁਤ ਸਾਰੇ ਬੱਚੇ ਜਿਨ੍ਹਾਂ ਨੂੰ ਮੈਂ ਕਹਾਣੀ ਸੁਣਾਈ ਹੈ ਜਾਂ ਕਹਾਣੀਆਂ, ਉਹ ਹਮੇਸ਼ਾ ਉਹ ਕਹਾਣੀ ਉਹਨਾਂ ਨੂੰ ਯਾਦ ਰਹਿੰਦੀ ਹੈ। ਉਹ ਕਿਉਂ ਯਾਦ ਰਹਿੰਦੀ ਹੈ? ਉਹਨਾਂ ਨੂੰ ਕਿਉਂ ਯਾਦ ਰਹਿੰਦੀ ਹੈ? ਉਹਦੇ ਪਿੱਛੇ ਰੀਜ਼ਨ ਕੀ ਹੈ? ਕਹਾਣੀ ਦੇ ਵਿੱਚ ਇੰਟਰਸਟ ਹੁੰਦਾ ਹੈ, ਹੋਰ ਕੋਈ? ਹਾਂਜੀ, ਤੁਸੀਂ ਉਹ ਬੱਚੇ ਨੂੰ ਬੱਚੇ ਦੇ ਲੈਵਲ ਤੇ ਜਾ ਕੇ ਉਹ ਕਹਾਣੀ ਸੁਣਾਉਂਦੇ ਹੋ। ਹਾਂਜੀ, ਉਹ ਉਸ ਟਾਈਮ ਉਹਦੀ ਇਮੈਜੀਨੇਸ਼ਨ ਜਿਹੜੀ ਹੈ ਉਹ ਉਸ ਟਾਈਮ ਉਹ ਇੱਕ ਆਪਣੀ ਬੁਣਤ ਚੱਲ ਰਹੀ ਹੁੰਦੀ ਹੈ। ਵਰਜ਼ਨ ਆਫ ਸਟੋਰੀ, ਹਾਂ, ਆਪਣਾ ਵਰਜ਼ਨ ਬਣਾ ਰਿਹਾ। ਹਾਂਜੀ, ਉਹ ਬੁਣਤ ਉਹਦੀ ਚੱਲ ਰਹੀ ਹੁੰਦੀ, ਉਹਦਾ ਆਪਣਾ ਵਰਸ਼ਨ ਜਿਹੜਾ ਹੈ ਉਸ ਕਹਾਣੀ ਦਾ ਉਸ ਵਕਤ ਉਹ ਚੱਲ ਰਿਹਾ ਹੁੰਦਾ ਹੈ। मैं थोड़ा शुरू कर रहा हूँ, मैं थोड़ा लेट समझ आता था जी स्टार्ट किया ही कि जो सनती इनकलाब आया ना, तो स्कूलिंग सिस्टम आया जिन्हें सुबह एक टाइम पे स्कूल का पढ़ना, लेट होना, छुट्टी होना, यूनिफॉर्म, लेकिन किसी का स्लेब्स पैदा करता, लेकिन मैनू इन्हें नहीं लगता कि एक नजमो सब जो स्लेब्स पैदा करता है। इन्हें नाल तुसी कंपैरिजन किया कि इस तो पहले स्टोरी का कॉन्सेप्ट बिल्कुल ठीक है, उनका इन्ना मैच नहीं होता, क्योंकि हाँ एक पढ़ाई के लिहाज में तुम कर सकते कंपैरिजन। स्लेब किस तरह पैदा करता है, अगर एक बंदा दसा जाता है, अगर उन्होंने टाइम ही नहीं दसा जाए कि स्कूल कितने बजे आएगा, खाना वो कितने बजे खाएगा, तो उन्हें किस तरह पता चलेगा कि टीचर अगर ऐसा कोई एक्टिविटी करवा रहा है और मैं खाना शुरू कर दिया, या सुबह 8 बजे स्कूल नहीं पहुँचना, मैं 9 बजे चला जाना, मैनू इनके वास्ते कोई चाहिए ना, कोई कायदा चाहिए। इनके स्लेब पैदा करने की जिंदगी में अगर नजर जब्त से लैके आ रहे हैं या कुछ चीज़ा ने कोई अदारा चलाना, तो कुछ रूल नहीं, अगर मैं तय ही नहीं करता जिंदा जो दिल करेगा आ जाएगा, जो दिल करे चला जाएगा। इनके स्लेब किमें पैदा। अच्छा, अगर देखो ना तुसी सिर्फ डिसिप्लिन दी, अगर असी तुसी डिसिप्लिन दी गल कर रहे हो, लेकिन हाँ जी, हाँ जी, ठीक है, लेकिन तुसी ये नहीं वेख्या कि सिर्फ असी डिसिप्लिन च फस के रह जाने। ठीक है, ठीक है, वो डिसिप्लिन साढ़े उत्ते वो इन्ना हावी हो जाता है कि असी जिहड़ा है वो बाकी चीज़ां जिहड़ियां ने वो साड़ियां कॉम्प्रोमाइज़ हो जांदियां। अच्छा, स्लेव दी गल जित्थों तक तुसी कह रहे हो, वो इस तरह है कि तुसी यानी किसी के अंडर काम कर रहे हो, प्रोडक्शन कर रहे हो तुसी, ठीक है, जो वो कह रहे हो तुसी वही कर रहे हो, तुसी सवाल नहीं कर सकते हो। ठीक है, ताड़े को आज़ादी नहीं है सवाल करन दी। ठीक है, क्योंकि तानू स्कूल ने ट्रेन ही नहीं किया सवाल करने वास्ते। तुसी जदों
ਕਿੰਨੇ ਸਾਲਾਂ ਤੱਕ ਉਹ ਵਾਲੀ ਪ੍ਰੈਕਟਿਸ ਕਰਦੇ ਰਹੋਗੇ? ਤੇ ਕੀ ਤੁਸੀਂ, ਮੈਂ ਤੁਹਾਨੂੰ ਉਹਨੇ ਮਿਸਾਲ ਦਿੱਤੀ ਜਿਹੜਾ ਮੈਂ ਆਪਣੇ ਬੱਚਿਆਂ ਦੇ ਨਾਲ स्टूडेंट्स के नाल एक तजर्बा किया। जी जी ना बॉन्ड करते रहे, जैसे आपने ना एक टीचर की डेफिनेशन कर दी कि कंट्रोल कर रहा है, तो सवाल इल्म और जवाब उसका पूरा है। जो सवाल ही नहीं करेगा तो सीखेगा कैसे बच्चे? वो तो कंट्रोल हो रहा है ना, क्लोजर कंट्रोल में जाएगा। एक दूसरा सबसे बड़ा सान्या ये कि तालीम और तरबियत आइसोलेट होगी, जो कि स्कूल में भी ज़रूरी है, ये साथ साथ चल। जब तक आप किसी की तरबियत नहीं ना करेंगे तब तक वो अच्छा इंसान बन ही नहीं सकता है। तालीम तो बड़ी बात की चीज़ है। तीसरा क्वेश्चन मार्क ये कि तालीम है जो वो दर्जा पाने का नाम है, बजाय ऐसे कि फन। एक डॉक्टर है वो 1.5 लाख कमा रहा है, एक कारपेंटर तो वो भी कमा रहा विदाउट पढ़ने के, तो सेम हो। इसमें इल्म का कोई नहीं। और एक जो एंड वाला क्वेश्चन, अगर आप एक हाथी का बच्चा है उसको आप चेन डाल देते हैं पाँव में, चाहे वो 10 साल बाद बड़ा भी हो गया तो उसके लिए तो माइनर सी ऐसे उसको क्रैश करने के लिए, लेकिन वो उसका माइंड सेट मेंटालिटी लेवल उधर हो जाता है जिसको मैं तोड़ नहीं सकता। इसी तरह ये बच्चों को बॉन्ड कर देते हैं उसी से कि आप ये नहीं कर सकते, ये नहीं तो ये तो चाह के इतना मर्जी कैलिबर हो गया तो उसका मेंटालिटी लेवल वही रहता है, मैं कुछ कर नहीं सकता। जी बिल्कुल, मैं इससे एग्री करता हूँ आपने जो बात की है। तो ऐसे ही है बिल्कुल कि जब आप वो बॉन्ड कर देते हैं किसी चीज़ को तो फिर आप अगर वो असल में रियलिटी में है भी नहीं तो भी आप लगता है कि है। यहाँ मेरा एक अपना मैसेज है, अगर हम अपने स्कूलों में पीटीएम का रवाज ज़्यादा करें ताकि हमारा वालिदैन पर भी असर हो। अगर वालिदैन की भी साथ साथ तरबियत हो ना, क्योंकि सारे घर जो है एक जैसे ना, सबकी तालीम एक जैसी नहीं, घरों से सारे बच्चे आने वाले एक जैसे नहीं। अगर हम एक मखसूस अपना स्टडी लेवल रख कर, मेयारी स्टडी लेवल रख कर तरबियती वालिदैन को गाइड करें, उनको लेक्चर दें पीटीएम, ठीक है, ताकि वो वालिदैन अपने घरों में उन बातों को अप्लाई करें, और जब वो अप्लाई करेंगे ना उनका सारा घर जो है ना एक नज़म भी दिखाएगा और बच्चों पर भी उनका असर होगा। वही बच्चे जब वो बातें जो वालिदैन ने बताई होती वो जब स्कूल में आकर उस पर अमल करेंगे, साथ स्कूल का वो सोने पर सुहागा होगा, उसमें नज़्मो ज़ब्त जो है वो भी परवान चढ़ेगा, उसमें शऊर परवान चढ़ेगा, ठीक है। तो मेरा ये नुक्ता नज़र है कि हमें ये भी पहलू जो है उजागर करके रखना चाहिए। हाँ जी, मैं ਤੁਹਾਡੀ ਗੱਲ ਨਾਲ ਬਿਲਕੁਲ ਇਤਫਾਕ ਕਰਦਾ ਹਾਂ ਕਿ ਦੇਖੋ ਜਿਵੇਂ ਪਹਿਲੇ ਵੀ ਗੱਲ ਕੀਤੀ ਕਿ ਤੁਹਾਡੇ ਸਾਰਿਆਂ ਦਾ ਸਵਾਲ ਹੈ ਕਿ ਜੋ ਤੁਸੀਂ ਉਲੀਕਿਆ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਘਰ 'ਚ ਰਹਿੰਦੇ ਹੋ, ਜੋ ਤੁਸੀਂ ਉਲੀਕਿਆ ਹੈ ਇਹ ਤੁਹਾਡਾ ਉਹ ਰਿਐਲਿਟੀ ਦੇ ਵਿੱਚ ਉਹਦਾ ਤੇ ਤੁਹਾਡੇ ਘਰ 'ਚ ਕਿੰਨਾ ਫਰਕ ਹੈ? ਬਹੁਤ ਜ਼ਿਆਦਾ ਫਰਕ ਹੈ। ਇਹ ਹੀ ਵੇਖ ਲੋਗੇ। ਹਾਂਜੀ ਹਾਂਜੀ, ਤੇ ਉਹ ਇਹ ਵੇਖ ਲੋਗੇ ਇਹ ਐਕਚੁਅਲੀ ਇਹ ਕਿੰਦਾ ਦਿੱਤਾ ਹੋਇਆ ਹੈ ਇਹ ਸਟਰਕਚਰ ਜਿਹੜਾ ਜਾਂ ਇਹ ਜਿਹੜਾ ਆਰਕੀਟੈਕਚਰ ਹੈ ਇਹ ਐਕਚੁਅਲੀ ਅੰਗਰੇਜ਼ ਦਾ ਦਿੱਤਾ ਹੋਇਆ ਹੈ, ਠੀਕ ਹੈ। ਤੇ ਅਸੀਂ ਉਹਨੂੰ ਹਜੇ ਤੱਕ ਫੋਲੋ ਕਰ ਰਹੇ ਹਾਂ। ਸਾਡਾ ਉਸ ਜਿੱਦਾਂ ਘਰਾਂ ਦੇ ਵਿੱਚ ਅਸੀਂ ਰਹਿੰਦੇ ਹਾਂ ਉਹਦੇ ਨਾਲ ਇਹਦਾ ਕੋਈ ਤਾਲੁਕ ਨਹੀਂ ਹੈਗਾ।